ਅੱਜ ਦੀ ਜਿਹੜੀ ਯੂਥ ਪਾਵਰ ਹੈ ਉਹ ਇੱਕ ਐਸੀ ਵਰਕਫੋਰਸ ਦਾ ਹਿੱਸਾ ਬਣਨਾ ਚਾਹੁੰਦੀ ਹੈ ਜਿਹੜੀ ਕਹਿੰਦੇ ਨਾ ਆਪਣੇ ਟੈਲੈਂਟ ਨੂੰ ਆਪਣੇ ਸਕਿੱਲ ਨੂੰ ਯੂਜ਼ ਕਰ ਸਕੇ। ਬਹੁਤ ਸਾਰੇ ਬੱਚੇ ਜਿਹੜੇ ਬਹੁਤ ਸਾਰਾ ਪੈਸਾ ਜਿਹਨੂੰ ਕਹਿੰਦੇ ਨਾ ਖਰਚ ਕਰਕੇ ਫੈਮਲੀਜ਼ ਦੀ ਇੰਨੀ ਸਪੋਰਟ ਲੈ ਕੇ ਉੱਥੇ ਤੱਕ ਪੁੱਜਦੇ ਤੇ ਹੈ ਨੇ, ਲੇਕਿਨ ਉਹ ਸਹੀ ਰਾਏ ਨਾ ਹੋਣ ਦੀ ਵਜ੍ਹਾ ਨਾਲ, ਸਹੀ ਸਲਾਹ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਦਾ ਕਾਫੀ ਸਮਾਂ ਜਿਹੜਾ ਹੈ ਉਹ ਇਵੇਂ ਨਿਕਲ ਜਾਂਦਾ। ਔਰ ਸਾਡੀ ਟੀਮ ਹੈ ਇੱਥੇ ਤੇ ਜਿਹੜੇ ਵੀ ਸਾਡੇ ਮਤਲਬ ਜੋ ਵੀ ਇੱਛੁਕ ਨੇ ਜਾਣਨਾ ਚਾਹੁੰਦੇ ਨੇ ਕੁਛ ਇਹਦੇ ਬਾਰੇ, ਕੋਈ ਵੀ ਕੁਐਰੀਜ਼ ਨੇ ਕਿਸੇ ਵੀ ਤਰ੍ਹਾਂ ਜੇ ਕਿਸੇ ਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹ ਸਾਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ ਸਾਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਇੱਕ ਬਾਣੀ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਸ਼ਖਸੀਅਤਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਜਿਨ੍ਹਾਂ 'ਤੇ ਕੁਝ ਸਾਨੂੰ ਸੇਧ ਮਿਲੇ ਜਾਂ ਸਾਨੂੰ ਕੁਝ ਜਾਣਕਾਰੀ ਹਾਸਿਲ ਹੁੰਦੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਲਾਹੇਵੰਦ ਹੋ ਸਕਦੀ ਹੈ। ਉਸੇ ਕੋਸ਼ਿਸ਼ ਦੇ ਦੌਰਾਨ ਅੱਜ ਸਾਡੇ ਨਾਲ ਜੰਮੂ ਦੀ ਧੀ, ਜਿਨ੍ਹਾਂ ਨੂੰ ਆਪਾਂ ਕਹੀਏ ਭੈਣ ਮਨਦੀਪ ਕੌਰ ਜੀ ਨੇ, ਉਹ ਸਾਡੇ ਨਾਲ ਨੇ। ਉਹਨਾਂ ਨਾਲ ਅੱਜ ਵਿਸ਼ੇਸ਼ ਗੱਲਬਾਤ ਕਰਨ ਦਾ ਜਿਹੜਾ ਸਾਡਾ ਮੁੱਖ ਮਕਸਦ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਹਿਲਾਂ ਉਹਨਾਂ ਦਾ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਸਵਾਗਤ ਕਰਦੀ ਹਾਂ। ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬੜਾ ਬਿਜ਼ੀ ਜਿਹਾ ਰੁਝੇਵੇਂ ਸੀਗੇ ਤੇ ਫਿਰ ਵੀ ਤੁਸੀਂ ਉਹਦੇ ਵਿੱਚੋਂ ਸਮਾਂ ਕੱਢਿਆ, ਕਿਉਂਕਿ ਤੁਹਾਡੇ ਵਿਚਾਰ ਹੁਣ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਦੇ ਲਈ ਵੀ ਤੇ ਜਿਹੜੇ ਆਪਾਂ ਅਕਸਰ ਹੁਣ ਦੇਖ ਰਹੇ ਹਾਂ ਸਾਰਿਆਂ ਨੂੰ ਬਹੁਤ ਹੈਗਾ ਬਾਹਰ ਜਾਣ ਦਾ। ਵੈਸੇ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਰੋਜ਼ਗਾਰ ਦੇ ਮੌਕੇ ਨੇ, ਤੁਸੀਂ ਕਿਤੇ ਵੀ ਪੈਦਾ ਕਰ ਸਕਦੇ ਹੋ, ਕਮਾ ਸਕਦੇ ਹੋ ਹੈ ਨਾ ਜ਼ਿੰਦਗੀ ਨੂੰ। ਲੇਕਿਨ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ, ਜਾਂ ਸਟੱਡੀ ਵੀਜ਼ਾਸ ਦੀ ਗੱਲ ਕਰੀਏ ਜਾਂ ਵਰਕ ਪਰਮਿਟ ਜਾਂ PR ਦੇ ਲਈ ਹਰ ਇੱਕ ਨੂੰ ਹੈ, ਹਰ ਦੂਜੇ ਤੀਜੇ ਘਰ ਨੂੰ ਹੈ ਦੇ ਵਿੱਚ ਇਹ ਚੀਜ਼ ਹੈਗੀ ਕਿ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ। ਅਤੇ ਤੁਸੀਂ ਆਪੇ ਹੀ ਆਸਟ੍ਰੇਲੀਆ ਦੇ ਵਿੱਚ, ਜਿਵੇਂ ਮੈਂ ਜਿੰਨਾ ਤੁਹਾਡੇ ਬਾਰੇ ਜਾਣਦੀ ਹਾਂ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲਡ ਹੋ, ਲੇਕਿਨ ਆਪਣੀ ਆਫ ਕੈਮਰਾ ਜਿਵੇਂ ਗੱਲ ਹੋਈ ਹੈ ਤੁਸੀਂ ਕਿਹਾ ਕਿ ਮੈਂ ਬਹੁਤ ਸਾਰੇ ਬੱਚਿਆਂ ਨੂੰ, ਬਹੁਤ ਸਾਰੇ ਸਟੂਡੈਂਟਸ ਨੂੰ, ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਿਨ੍ਹਾਂ ਨੂੰ ਇੱਥੋਂ ਭੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਬਾਹਰ ਚਲੇ ਗਏ। ਸਿਰਫ ਉਹਨਾਂ ਨੂੰ ਉੱਥੇ ਭੇਜਣ ਤੱਕ ਦਾ ਮਤਲਬ ਹੁੰਦਾ, ਲੇਕਿਨ ਮਿਸਗਾਈਡ ਬਹੁਤ ਕੀਤਾ ਜਾਂਦਾ ਉਹਨਾਂ ਨੂੰ। ਮਤਲਬ ਸਮਝ ਜਾਂਦੇ ਨੇ ਲੋਕ ਕਿ ਇਹਨਾਂ ਨੂੰ ਸਿਰਫ ਬਾਹਰ ਜਾਣ ਤੱਕ ਹੀ ਮਤਲਬ ਹੈ। ਤੁਹਾਡੇ ਜ਼ਿਹਨ ਦੇ ਵਿੱਚ ਕਿਆ ਇਸੇ ਚੀਜ਼ ਨੂੰ ਹੀ ਆਇਆ ਕਿ ਮੈਂ, ਜਿਵੇਂ ਹੁਣ ਤੁਸੀਂ ਜੰਮੂ ਦੇ ਵਿੱਚ ਆਏ, ਜੰਮੂ ਦੇ ਵਿੱਚ ਕੁਛ ਲੋਕਾਂ ਦੇ ਨਾਲ ਜਿਹੜੇ ਬਾਹਰ ਜਾਣਾ ਚਾਹੁੰਦੇ ਸਨ ਉਹਨਾਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿਵੇਂ ਲੱਗਿਆ ਕਿ ਕਿੰਨਾ ਹੋ ਸਕਦਾ ਤੁਸੀਂ ਆਪਦੇ ਲੋਕਾਂ ਨੂੰ ਸਹੀ ਗਾਈਡ ਕਰ ਸਕੋ ਇਸੇ ਜਿਹੜਾ ਤੁਹਾਡੀ ਕੰਸਲਟੈਂਸੀ ਆ ਇਹਦੇ ਦੌਰਾਨ ਹੀ? ਸਭ ਤੋਂ ਪਹਿਲੇ ਤਾਂ ਮੈਂ ਇੱਕ ਬਾਣੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਨਾ ਕਿ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਇੱਥੇ ਆ ਕੇ ਅਸੀਂ ਕਮਿਊਨਿਟੀ ਦੇ ਨਾਲ ਰੂਬਰੂ ਹੋ ਰਹੇ ਹਾਂ, ਆਪਣੀ ਮੈਸੇਜ ਨੂੰ ਸ਼ੇਅਰ ਕਰਾਂਗੇ ਨਾ। ਔਰ ਇੱਕ ਬਾਣੀ ਚੈਨਲ ਜਿਹੜਾ ਹੈ ਉਹ ਸਿਰਫ ਜੰਮੂ 'ਚ ਹੀ ਨਹੀਂ, ਇੰਡੀਆ 'ਚ ਹੀ ਨਹੀਂ, ਇਨਫੈਕਟ ਅਸੀਂ ਜਾਣਦੇ ਹਾਂ, ਖੁਦ ਜਾਣਦੇ ਹਾਂ ਕਿ ਬੜੀ ਕਮਿਊਨਿਟੀ ਜਿਹੜੀ ਹੈ ਆਸਟ੍ਰੇਲੀਆ 'ਚ ਵੀ ਇਹਨਾਂ ਨੂੰ ਬਹੁਤ ਪਸੰਦ ਕਰਦੀ ਹੈ। ਔਰ ਜਿਸ ਤਰ੍ਹਾਂ ਤੁਸੀਂ ਟੈਲੈਂਟ ਨੂੰ ਮਤਲਬ ਸਰਚ ਕਰਦੇ ਹੋ, ਉਹਨਾਂ ਬਾਰੇ ਗੱਲ ਕਰਦੇ ਹੋ, ਅੱਜ ਅਸੀਂ ਵੀ ਇਸ ਮੌਕੇ 'ਤੇ ਆਏ ਹਾਂ ਕਿ ਇਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਸਭ ਤੋਂ ਪਹਿਲੇ ਤਾਂ ਮੈਂ ਉਹਦਾ ਸ਼ੁਕਰਗੁਜ਼ਾਰ ਕਰਾਂਗੀ ਇੱਕ ਬਾਣੀ ਚੈਨਲ ਦਾ। ਜੀ ਧੰਨਵਾਦ। ਅਤੇ ਅਸੀਂ ਜਦੋਂ ਤੁਸੀਂ ਬਾਹਰ ਜਾਣ ਦੀ ਗੱਲ ਕਰ ਰਹੇ ਹੋ ਤਾਂ ਮੈਂ ਇਹਦੇ ਵਿੱਚ ਇਹ ਗੱਲ ਮਤਲਬ ਕਹਿਣਾ ਚਾਹਾਂਗੀ ਕਿ ਅੱਜ ਦੀ ਜਿਹੜੀ ਯੂਥ ਪਾਵਰ ਹੈ ਉਹ ਇੱਕ ਐਸੀ ਵਰਕਫੋਰਸ ਦਾ ਹਿੱਸਾ ਬਣਨਾ ਚਾਹੁੰਦੀ ਹੈ ਜਿਹੜੀ ਕਹਿੰਦੇ ਨਾ ਆਪਣੇ ਟੈਲੈਂਟ ਨੂੰ ਆਪਣੇ ਸਕਿੱਲ ਨੂੰ ਯੂਜ਼ ਕਰ ਸਕੇ, ਹੈ ਨਾ। ਅਤੇ ਉਹਦੇ ਵਿੱਚ ਜਿਹੜੀ ਓਵਰਸੀਜ਼ ਕੁਆਲੀਫਿਕੇਸ਼ਨ ਹੈ ਜਾਂ ਐਸੀ ਐਜੂਕੇਸ਼ਨ ਹੈ ਉਹ ਇੱਕ ਕਾਫੀ ਅਹਿਮ ਰੋਲ ਜਿਹੜਾ ਹੈ ਉਹ ਪਲੇ ਕਰਦੀ ਹੈ। ਲੇਕਿਨ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਉਹਨਾਂ ਨੂੰ ਇਹਦੇ ਬਾਰੇ ਸਹੀ ਰਾਏ ਜਾਂ ਜਾਣਕਾਰੀ ਕਿਸ ਤਰ੍ਹਾਂ ਦਿੱਤੀ ਜਾਵੇ, ਹੈ ਨਾ। ਅਤੇ ਬੜਾ ਸਾਰਾ ਟੈਲੈਂਟ ਜਿਹੜਾ ਹੈ ਜਿਹੜਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨੂੰ, ਐਸੇ ਐਵੇਨਿਊਜ਼ ਨੂੰ ਯੂਟੀਲਾਈਜ਼ ਕਰ ਸਕਦਾ ਹੈ, ਪਰ ਉਹ ਸਿਰਫ ਇਸ ਕਰਕੇ ਪਿੱਛੇ ਰਹਿ ਜਾਂਦਾ ਹੈ ਕਿ ਉਹਨਾਂ ਨੂੰ ਥੋੜ੍ਹੀ ਇਨਫੋਰਮੇਸ਼ਨ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਮਿਲੀ ਹੈ ਜਿਹੜਾ ਕਿ ਉਹ ਕਹਿੰਦੇ ਨਾ ਪੇਵਿੰਗ ਦੀ ਰਾਈਟ ਪਾਥ, ਉਹ ਚੀਜ਼ ਤੋਂ ਦੂਰ ਰਹਿ ਜਾਂਦੇ ਨੇ। ਅਤੇ ਸਾਡੀ ਵੀ ਜਰਨੀ ਇਸ ਤਰ੍ਹਾਂ ਹੀ ਸ਼ੁਰੂ ਹੋਈ ਸੀ ਇੱਥੋਂ ਜੰਮੂ ਤੋਂ। ਅਸੀਂ ਲਗਭਗ 7 ਸਾਲ ਪਹਿਲੇ ਆਸਟ੍ਰੇਲੀਆ ਗਏ ਸੀ। ਅਸੀਂ ਆਲਮੋਸਟ 5 ਸਾਲ ਦੇ ਇਸ ਇੰਡਸਟਰੀ 'ਚ ਹਾਂ ਔਰ ਬੜਾ ਪ੍ਰਾਊਡ ਫੀਲ ਕਰਨੇ ਆਏ, ਕਹਿੰਦੇ ਔਰ ਸੋਚਦੇ ਕਿ ਅਸੀਂ ਜੰਮੂ ਦੇ ਪਹਿਲੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਾਂ। ਔਰ ਓਵਰ ਦੀ ਈਅਰਸ ਅਸੀਂ ਆਲਰੇਡੀ ਸਰਵ ਕਰ ਰਹੇ ਹਾਂ ਜੰਮੂ 'ਚ ਜਿਹੜਾ ਯੂਥ ਹੈ, ਜੋ ਵੀ ਇੱਥੇ ਕਮਿਊਨਿਟੀ ਹੈ, ਉਹਨਾਂ ਨੂੰ ਮਾਈਗ੍ਰੇਟ ਕਰਨ ਵਿੱਚ, ਉਹਨਾਂ ਨੂੰ, ਉਹਨਾਂ ਦੇ ਭੈਣਾਂ ਵੀਰਾਂ ਨੂੰ, ਅੱਗੇ ਉਹਨਾਂ ਦੀ ਫੈਮਲੀਜ਼ ਤੱਕ ਨੂੰ ਆਸਟ੍ਰੇਲੀਆ 'ਚ ਅਸੀਂ ਅਸਿਸਟ ਕਰਨੇ ਹਾਂ। ਅਤੇ ਜਦੋਂ ਅਸੀਂ ਇਸ ਇੰਡਸਟਰੀ ਵਿੱਚ ਆਏ ਸੀ ਅਤੇ ਅਸੀਂ ਕਿਉਂਕਿ ਅਸੀਂ ਆਪ ਵੀ ਇਸ ਤਰ੍ਹਾਂ ਹੀ ਮਾਈਗ੍ਰੇਟ ਹੋਏ ਸੀ, ਆਪਣੀ ਸਕਿੱਲ ਦੀ ਪਛਾਣ ਕਰਾ ਕੇ, ਉਹਦੀ ਉੱਥੇ ਰਿਕੁਆਇਰਮੈਂਟ ਸੀ।
ਤੇ ਅਸੀਂ ਅੱਗੇ ਜਾ ਕੇ ਨੋਟਿਸ ਕੀਤਾ ਕਿ ਬਹੁਤ ਸਾਰੇ ਬੱਚੇ ਜਿਹੜੇ ਬਹੁਤ ਸਾਰਾ ਪੈਸਾ ਜਿਹਨੂੰ ਕਹਿੰਦੇ ਨਾ ਖਰਚ ਕਰਕੇ ਫੈਮਲੀਜ਼ ਦੀ ਇੰਨੀ ਸਪੋਰਟ ਲੈ ਕੇ ਉੱਥੇ ਤੱਕ ਪੁੱਜਦੇ ਤੇ ਹੈ ਨੇ, ਲੇਕਿਨ ਉਹ ਸਹੀ ਰਾਏ ਨਾ ਹੋਣ ਦੀ ਵਜ੍ਹਾ ਨਾਲ, ਸਹੀ ਸਲਾਹ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਦਾ ਕਾਫੀ ਸਮਾਂ ਜਿਹੜਾ ਹੈ ਉਹ ਇਵੇਂ ਨਿਕਲ ਜਾਂਦਾ, ਜੋ ਕਿ ਬੜਾ ਕ੍ਰਿਟੀਕਲ ਟਾਈਮ ਹੁੰਦਾ ਉਹਨਾਂ ਦਾ, ਬੜਾ ਕ੍ਰੂਸ਼ੀਅਲ ਟਾਈਮ ਹੁੰਦਾ ਜਿਹੜਾ ਉਹਨਾਂ ਦੇ ਕਰੀਅਰ ਨੂੰ ਬਣਾਉਂਦਾ ਹੈ। ਤੇ ਇਹ ਚੀਜ਼ ਨੇ ਸਾਨੂੰ ਸ਼ੋਰਲੀ ਮੋਟੀਵੇਟ ਕੀਤਾ ਕਿ ਅਸੀਂ ਕਹਿੰਦੇ ਨਾ ਇੱਕ ਤੇ ਇਟਸ ਅ ਮੈਟਰ ਆਫ ਪ੍ਰਿਵਿਲੇਜ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਜੰਮੂ 'ਚ ਹੀ ਆ ਕੇ ਸਰਵ ਕਰ ਰਹੇ ਹਾਂ, ਹੈ ਨਾ। ਤੇ ਉਹ ਇੱਕ ਖਾਸ ਵਜ੍ਹਾ ਸੀ ਪਿੱਛੇ ਕਿ ਅਸੀਂ ਡਿਸਪਾਈਟ ਕਿ ਅਸੀਂ ਉੱਥੇ ਸੈਟਲਡ ਵੀ ਹੈ ਜਾਂ ਆਲਰੇਡੀ ਉੱਥੇ ਔਨਸ਼ੋਰ ਕੰਮ ਵੀ ਕਰ ਰਹੇ ਹਾਂ, ਆਪਣੇ ਜੰਮੂ ਦੀ ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ, ਹੋਰ ਓਵਰਸੀਜ਼ ਬੜੀ ਸਾਰੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਵੀ ਸਰਵ ਕਰ ਰਹੇ ਹਾਂ। ਲੇਕਿਨ ਜੰਮੂ 'ਚ ਆਉਣ ਦਾ ਹੀ ਮਕਸਦ ਸੀ ਕਿ ਅਸੀਂ ਆਪਣੀ ਕਮਿਊਨਿਟੀ, ਆਪਣੀ ਸਟੇਟ, ਆਪਣੀ ਬਰਥ ਪਲੇਸ ਨੂੰ ਅਸੀਂ ਹੈਲਪ ਕਰ ਸਕੀਏ ਕਿ ਉਹ ਇੱਕ ਸਹੀ ਇਨਫੋਰਮੇਸ਼ਨ ਦੇ ਨਾਲ ਬਾਹਰ ਜਾਣ, ਤਾਂ ਜੋ ਉਹਨਾਂ ਦਾ ਸਮਾਂ ਜਿਹੜਾ ਹੈ ਉਹ ਖਰਾਬ ਨਾ ਹੋਵੇ, ਪੈਸਾ ਖਰਾਬ ਨਾ ਹੋਵੇ, ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਸੁਪਨੇ ਜਿਹੜੇ ਨਾ ਉਹ ਨਾ ਟੁੱਟਣ। ਕਿਉਂਕਿ ਦੇਖੋ ਜਦੋਂ ਕੋਈ ਵੀ ਤੁਹਾਡੇ ਕੋਲ ਆਪਾਂ ਦੇਖਦੇ ਆ ਕੰਸਲਟੈਂਟ ਕੋਲ ਕੋਈ ਜਾਂਦਾ, ਜਿਨ੍ਹਾਂ ਨੂੰ ਏਜੰਟਸ ਵੀ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਹੈ ਨਾ ਤੁਸੀਂ ਇੱਕ ਮੀਡੀਏਟਰ ਦਾ ਕੰਮ ਕਰਦੇ ਹੋ, ਗਾਈਡ ਕਰਦੇ ਹੋ ਤੁਸੀਂ, ਤੇ ਨਾ ਜਿਹਨੇ ਜਾਣਾ ਹੁੰਦਾ ਉਹਦੀ ਬੜੀ ਉਮੀਦ ਲੱਗ ਜਾਂਦੀ ਹੈ, ਕਿਉਂਕਿ ਉਹ ਨਾ ਬਲਾਈਂਡ ਫੇਥ ਕਰਦਾ ਆਪਦੇ ਏਜੰਟ ਦੇ ਉੱਤੇ। ਤੇ ਤੁਹਾਨੂੰ ਐਸਾ ਲੱਗਦਾ ਹੈ ਕਿ ਕਈ ਵਾਰੀ ਜਿਵੇਂ ਤੁਸੀਂ ਕਿਹਾ ਕਿ ਮਿਸਗਾਈਡ ਕੀਤਾ ਜਾਂਦਾ, ਉਹਦੇ ਨਾਲ ਨਾਲੇ ਸਮਾਂ ਬਰਬਾਦ ਹੁੰਦਾ, ਨਾਲੇ ਅਗਲੇ ਦਾ ਪੈਸਾ ਬਰਬਾਦ ਹੁੰਦਾ, ਨਾਲੇ ਉਹਦੀ ਜ਼ਿੰਦਗੀ ਦਾ ਕਿੰਨਾ ਉਹਨੂੰ ਉਹ ਚੀਜ਼ ਝੱਲਣੀ ਪੈਂਦੀ ਹੈ ਜਿਹੜੀ ਸ਼ਾਇਦ ਉਹ ਸਹੀ ਰਾਏ ਦੇ ਨਾਲ ਨਾ ਕਰਦਾ। ਤੁਹਾਨੂੰ ਲੱਗਦਾ ਹੈ ਕਿ ਇਸ ਟਾਈਮ ਇਹ ਚੀਜ਼ ਹੋ ਰਹੀ ਹੈ ਕਿ ਸਹੀ ਗਾਈਡਲਾਈਨ ਜਾਂ ਸਿਰਫ ਇੱਕ ਦੁਕਾਨਦਾਰੀ ਵਾਲਾ, ਜਿਵੇਂ ਕਹਿ ਸਕਦੇ ਆ ਕਿ ਇਹ ਹਰ ਇੱਕ ਦੂਜੇ ਕਦਮ ਦੇ ਉੱਤੇ ਇੱਕ ਕੰਸਲਟੈਂਟ ਹੈ ਕਿ ਲੱਗ ਗਈ ਫਾਈਲ, ਲੱਗ ਗਈ, ਨਹੀਂ ਲੱਗੀ ਤਾਂ ਨਾਲ ਹੀ, ਐਸਾ ਵੀ ਹੁੰਦਾ ਹੈ ਕੁਛ ਇਹਦੇ 'ਚ? ਮੈਂ ਕਿਸੇ ਨੂੰ ਕੋਟ ਨਹੀਂ ਕਰਾਂਗੀ, ਲੇਕਿਨ ਸ਼ੋਰਲੀ ਮੈਂ ਇਹ ਚੀਜ਼ ਕਹਾਂਗੀ ਕਿ ਲੈਕ ਆਫ ਅਵੇਅਰਨੈਸ ਕਹਿ ਲਓ, ਲੈਕ ਆਫ ਇਨਫੋਰਮੇਸ਼ਨ ਹੈ, ਉਸ ਚੀਜ਼ ਨੂੰ ਇਫੈਕਟ ਕਰ ਰਹੀ ਹੈ। ਇਹਦੇ 'ਚ ਮੈਂ ਇਸ ਚੀਜ਼ ਨੂੰ ਐਡ ਕਰਾਂਗੀ ਕਿ ਜਿਸ ਤਰ੍ਹਾਂ ਵੀ ਆਰ ਰਜਿਸਟਰਡ ਮਾਈਗ੍ਰੇਸ਼ਨ ਏਜੰਟਸ, ਅਸੀਂ ਉੱਥੇ ਦੇ ਲਾਇਸੈਂਸਡ ਮਾਈਗ੍ਰੇਸ਼ਨ ਏਜੰਟਸ ਹਾਂ ਆਸਟ੍ਰੇਲੀਆ ਦੇ, ਔਰ ਆਸਟ੍ਰੇਲੀਆ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ USA, ਕੈਨੇਡਾ ਔਰ ਇਹਨਾਂ ਕੰਟਰੀਜ਼ ਵਿੱਚ ਵੀ ਬੱਚਿਆਂ ਨੂੰ ਜਾਣ ਵਿੱਚ ਉੱਥੇ ਅਸਿਸਟ ਕਰ ਰਹੇ ਹਾਂ, ਹੈ ਨਾ। ਸਾਡੇ ਕੋਲ ਇੱਕ ਲੀਗਲ ਐਡਵਾਂਟੇਜ ਹੈ that we communicate with the department directly, ਹੈ ਨਾ। ਤੇ ਜਿਵੇਂ ਆਪਾਂ ਐਪਲੀਕੈਂਟਸ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇਵੇਂ ਹੀ ਕੇਸ ਆਫਿਸਰਸ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ, ਹੈ ਨਾ। ਤੇ ਜੋ ਵੀ ਬੱਚੇ ਦੀ ਜੈਸੀ ਵੀ ਸਿਚੁਏਸ਼ਨ ਹੈ, ਉਹਦੀ ਸਿਚੁਏਸ਼ਨ ਦੇ ਹਿਸਾਬ ਨਾਲ ਉਹਦੀ ਫਾਈਲਿੰਗ, ਉਹਦੀ ਡਾਕੂਮੈਂਟੇਸ਼ਨ ਦੀ ਪ੍ਰੈਪਰੇਸ਼ਨ, ਉਹਦੀ ਲੈਜਿਸਲੇਟਿਵ ਰਿਕੁਆਇਰਮੈਂਟਸ, ਟੈਕਨੀਕਲੀ ਜੇ ਮੈਂ ਬੋਲਾਂ, तो उस चीज़ ਨੂੰ ਸਮਝਣਾ ਔਰ ਬੱਚੇ ਕੋਲ ਉਸੇ ਹੀ ਚੀਜ਼ ਨੂੰ ਲੈ ਕੇ ਡਿਪਾਰਟਮੈਂਟ ਤੱਕ ਪਹੁੰਚਾਉਣਾ। ਤੇ ਇਹ ਜਿਹੜਾ ਹੈ ਇਹ ਇੱਕ ਫਰਕ ਹੈ ਜੇ ਤੁਸੀਂ ਇੱਕ ਕੁਆਲੀਫਾਈਡ ਏਜੰਟ ਕੋਲ ਨਹੀਂ ਜਾ ਰਹੇ ਹੋ ਤੇ। ਔਰ ਜੇ ਇਹ ਅੱਛੀ ਗੱਲ ਹੈ, ਇਹ ਇੱਕ ਜਿਸ ਤਰ੍ਹਾਂ ਅਸੀਂ ਇਵੇਂ ਕਹਿ ਸਕਦੇ ਹਾਂ ਕਿ ਇੱਕ ਐਪਲੀਕੈਂਟ ਦਾ ਹੋਮਵਰਕ ਹੈ ਕਿ ਉਹ ਕਰਕੇ ਜਾਏ ਕਿ ਕਿਆ ਜਿਸ ਏਜੰਟ ਕੋਲ ਮੈਂ ਜਾ ਰਿਹਾ ਉਹ ਕੁਆਲੀਫਾਈਡ ਹੈ ਜਾਂ ਉਹਦੀ ਕੋਈ ਐਸੀ ਪਹਿਚਾਨ ਹੈ, ਉਹਦੀ ਕਿਸੇ ਅਥਾਰਟੀ ਨਾਲ ਐਸੀ ਬੋਡੀ ਨਾਲ ਰਜਿਸਟ੍ਰੇਸ਼ਨ ਹੈ ਕਿ ਅਗਰ ਉਹ ਏਜੰਟ ਗਲਤ ਕੰਮ ਕਰ ਰਿਹਾ ਤਾਂ ਉਹਨੂੰ ਕੋਈ ਕੋਡ ਆਫ ਕੰਡਕਟ ਦਿੱਤਾ ਹੈ, ਤਾਂ ਉਹਨੂੰ ਕੋਈ ਮੋਨੀਟਰ ਕਰ ਰਿਹਾ ਹੈ, ਕੋਈ ਐਸੈਸ ਕਰ ਰਿਹਾ ਹੈ। ਤੇ ਇਸ ਚੀਜ਼ ਦੀ ਐਬਸੈਂਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਸਾਰੇ ਪ੍ਰੋਸੈਸ ਨੂੰ ਤੁਸੀਂ ਜਿਵੇਂ ਕਿਹਾ ਕਿ ਦੁਕਾਨਦਾਰੀ ਵਾਲਾ ਕੰਮ ਜਿਹੜਾ ਹੈ ਉਹ ਬਣਾ ਰਹੀ ਹੈ, ਜਿਸ ਨੂੰ ਡਰ ਪੈਦਾ ਹੋ ਗਿਆ। ਐਪਲੀਕੈਂਟਸ ਵਿੱਚ ਇੱਕ ਡਰ ਹੈ, ਸਟੂਡੈਂਟਸ ਵਿੱਚ ਇੱਕ ਡਰ ਹੈ ਕਿ ਕਿਆ ਜਿਹਦੇ ਕੋਲ ਮੈਂ ਜਾ ਰਿਹਾ ਕਿਆ ਉਹ ਮੇਰੀ ਫਾਈਲ ਸਹੀ ਤਰ੍ਹਾਂ ਲਗਾਏਗਾ ਜਾਂ ਕਿਆ ਉਸਨੇ ਮੇਰਾ ਕੇਸ ਸਹੀ ਤਰ੍ਹਾਂ ਅਸੈਸ ਕੀਤਾ ਹੈ, क्या मेरा कोई गलत कागज़ तो नहीं लग रहा है। क्योंकि बहुत आम देखा जा रहा है कि फ्रॉडुलेंट डॉक्यूमेंट्स कह लो या कुछ ऐसा डॉक्यूमेंट जिहदी रिक्वायरमेंट नहीं सी या वो इवें ही प्रोवाइड कर दिता गया है बट किते ना किते उस सिस्टम विच डिपार्टमेंट के सिस्टम विच ਐਡ ਹੋ ਜਾਂਦਾ ਹੈ। ਕਈ ਵਾਰੀ ਹੁੰਦਾ ਨਾ ਕਿ ਇਲੀਗਲ ਵੇ ਦੇ ਨਾਲ ਆਪਾਂ ਜਿਵੇਂ ਤੁਸੀਂ ਕਿਹਾ ਕਿ ਇੱਦਾਂ ਹੀ ਡਾਕੂਮੈਂਟ ਲਗਾ ਦੇਣਾ ਵੀ ਤੁਸੀਂ ਇਹ ਕਰਕੇ ਦੇ ਦਿਓ ਜਾਂ ਇੱਦਾਂ ਕਰਕੇ ਦੇ ਦਿਓ, ਕਿ ਜਿਹੜਾ ਕੰਸਲਟੈਂਟ ਦੇ ਕੋਲ ਜਾ ਰਿਹਾ ਵਾ ਉਸ ਨੂੰ ਵੀ ਤੁਹਾਡੀ ਸਲਾਹ ਕਿਵੇਂ ਰਹੇਗੀ ਕਿ ਤੁਸੀਂ ਆਪਣੇ ਡਾਕੂਮੈਂਟਸ ਵੱਲ ਪੂਰਾ ਧਿਆਨ ਦਿਓ ਕਿ ਉਹ ਕੀ ਲਗਾ ਰਿਹਾ, ਕਿਵੇਂ ਲਗਾ ਰਿਹਾ। ਕਈ ਵਾਰੀ ਹੁੰਦਾ ਕਿ ਸਾਨੂੰ ਸਿਰਫ ਵੀਜ਼ਾ ਦਾ ਕੀ ਮਤਲਬ ਆ, ਮੇਰਾ ਵੀਜ਼ਾ ਆ ਗਿਆ ਚਲੋ ਜੀ ਮੈਂ ਜਹਾਜ਼ ਬੈਠਿਆ ਜਿੱਥੇ ਮੈਂ ਪਹੁੰਚਣਾ ਸੀ ਪਹੁੰਚ ਗਿਆ। ਅਸਲੀ ਸਹੀ ਸਟਰਗਲ ਤਾਂ ਫਿਰ ਉੱਥੇ ਜਾ ਕੇ ਪਤਾ ਚੱਲਦਾ ਕਿ ਮੇਰੇ ਨਾਲ ਪਿੱਛੋਂ ਕੀ ਹੋ ਗਿਆ। ਬਿਲਕੁਲ ਬਿਲकुल ਇਹਦੇ ਵਾਸਤੇ ਮੈਂ ਕਹਾਂਗੀ ਕਿ मतलब जो भी एप्लीकेंट है एक जिम्मेदारी उदी भी इन्नी बनती है कि जो डिपार्टमेंट्स देखो आजकल इंटरनेट का ज़माना है, टेक्नोलॉजी का ज़माना है ना। बिफोर वी सैलेक्ट और वी गो टू एनी एजेंट मैंने लगता है कि एडवाइजेबल है कि पढ़िया लिखा तबका जड़ा है थोड़ा जिहा अपना काम करे। वो किस तरह की उन्होंने वैबसाइट्स से जाना डिपार्टमेंट की उत्थे देखना, थोड़ा अपनी एलिजिबिलिटी ਨੂੰ ਪੜ੍ਹਨਾ, ਥੋੜਾ ਕੋਰਸਿਸ ਬਾਰੇ ਪੜ੍ਹਨਾ, ਥੋੜਾ ਬਾਹਰ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਰਿਕੁਆਇਰਮੈਂਟਸ ਕੀ ਹੁੰਦੀ ਉਹਨਾਂ ਦੀ ਥੋੜੀ ਜਾਣਕਾਰੀ ਰੱਖਣ ਨਾਲ ਵੀ
ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਆਏਗੀ ਕਿ ਜੇ ਸਾਡੇ ਕੋਲੋਂ ਕੋਈ ਕਾਗਜ਼ ਮੰਗਿਆ ਜਾ ਰਿਹਾ ਤਾਂ ਉਹਦੀ ਕੀ ਵੈਲਿਊ ਹੈ ਜਾਂ ਕਿਉਂ ਮੰਗਿਆ ਜਾ ਰਿਹਾ ਹੈ ਨਾ। ਬਿਲਕੁਲ। ਪਲੱਸ ਹਰ ਐਪਲੀਕੈਂਟ ਦਾ ਹਰ ਬੱਚੇ ਦਾ ਰਾਈਟ ਹੈ ਕਿ ਜੋ ਵੀ ਉਹਦਾ ਫਾਈਲ ਲੌਂਚ ਕਰ ਰਿਹਾ ਹੈ ਉਹ ਉਹਦੇ ਕੋਲ ਪੁੱਛ ਸਕਦਾ ਹੈ, ਉਹਦਾ ਹੱਕ ਹੈ ਨਾ ਜਾਣਨਾ ਕਿ ਆਖਿਰ ਕਿਹੜੇ ਤੁਸੀਂ ਡਾਕੂਮੈਂਟਸ ਪ੍ਰੋਵਾਈਡ ਕੀਤੇ ਹੋਏ ਨੇ ਡਿਪਾਰਟਮੈਂਟ ਨੂੰ, ਤੁਸੀਂ ਮੇਰੇ ਬਾਰੇ ਕੀ ਜਾਣਕਾਰੀ ਦੱਸੀ ਹੋਈ ਹੈ ਨਾ। ਤੇ ਮੈਨੂੰ ਲੱਗਦਾ ਉਹ ਡਿਫਰੈਂਸ ਜਿਹੜੇ ਜਿਸ ਤਰ੍ਹਾਂ ਤੁਸੀਂ ਕਿਹਾ ਫਿਰ ਉਹ ਕਿ ਦੁਕਾਨਦਾਰੀ ਵਾਲੀ ਗੱਲ ਹੈ ਤੇ ਉਹ ਸ਼ਾਇਦ ਲੁਕਾ ਛੁਪਾ ਥੋੜ੍ਹਾ ਕਰ ਸਕਦੇ ਨੇ। ਬਟ ਜਿਹੜਾ ਵੀ ਕੋਈ ਰਜਿਸਟਰਡ ਮਾਈਗ੍ਰੇਸ਼ਨ ਐਡਵਾਈਜ਼ਰ ਜਾਂ ਲੀਗਲੀ ਜੋ ਕੁਆਲੀਫਾਈਡ ਜਿਹੜੇ ਏਜੰਟਸ ਨੇ ਉਹਨਾਂ ਦਾ ਇੱਕ ਕੋਡ ਆਫ ਕੰਡਕਟ ਦੇ ਤਹਿਤ ਰਿਸਪੌਂਸਿਬਿਲਿਟੀ ਹੈ, ਕੰਪਲਾਇੰਸ ਹੈ ਕਿ ਉਹ ਐਪਲੀਕੈਂਟ ਨੂੰ ਪੂਰੀ ਤਰ੍ਹਾਂ ਅਵੇਅਰ ਕਰਨ ਕਿ ਅਸੀਂ ਤੁਹਾਡੀ ਫਾਈਲ ਨਾਲ ਕੀ ਕਰ ਰਹੇ ਹਾਂ, ਅਸੀਂ ਤੁਹਾਡੇ ਕੋਲੋਂ ਇਹ ਕਾਗਜ਼ ਮੰਗ ਰਹੇ ਹਾਂ ਤੇ ਕਿਉਂ ਮੰਗ ਰਹੇ ਹਾਂ, ਅਸੀਂ ਇਹ ਵਾਲੇ ਕਾਗਜ਼ ਜਿਹੜੇ ਹੈ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰ ਰਹੇ ਹਾਂ। ਤੇ ਇਹ ਇੱਕ ਬੇਸਿਕ ਡਿਫਰੈਂਸ ਹੈ ਜਦੋਂ ਤੁਸੀਂ ਇੱਕ ਮੈਂ ਕਹਾਂਗੀ ਪੜ੍ਹੇ ਲਿਖੇ ਏਜੰਟ ਕੋਲ ਜਾਂਦੇ ਹੋ ਜਾਂ ਇੱਕ ਐਸੇ ਏਜੰਟ ਕੋਲ ਜਾਂਦੇ ਹੋ ਜਿਹਨੂੰ ਤੁਸੀਂ ਨਹੀਂ ਜਾਣਦੇ ਹੋ ਕਿ ਉਹਦੀ ਕੀ ਪ੍ਰੈਜ਼ੈਂਸ ਹੈ ਉੱਥੇ। ਬਿਲਕੁਲ। ਜਿਵੇਂ ਤੁਸੀਂ ਇੱਥੋਂ ਇੰਡੀਆ ਤੋਂ ਗਏ, ਤੁਸੀਂ ਦੱਸਿਆ ਕਿ ਤੁਸੀਂ ਵਧੀਆ ਜੌਬ ਵੀ ਕਰਦੇ ਸੀ ਆਪਦੀ, ਕੀ ਐਸਾ ਕੋਈ ਤੁਸੀਂ ਦੇਖਿਆ ਉੱਥੇ ਕਿਸੇ ਨੂੰ ਕਿ ਵੀ ਸਾਡੇ ਸਟੂਡੈਂਟ ਜਾ ਕੇ ਉੱਥੇ ਵਿਚਾਰੇ ਇੱਦਾਂ ਹੋ ਰਹੇ ਨੇ ਕਿ ਏਜੰਟ ਨੇ ਕਿਹਾ ਕਿ ਮੇਰਾ ਕੰਮ ਤੁਹਾਡੇ ਵੀਜ਼ਾ ਲਵਾਉਣ ਤੱਕ ਸੀਗਾ, ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੋ ਰਿਹਾ ਹੁੰਦਾ ਆਪਾਂ ਦੇਖਦੇ ਵੀ ਹਾਂ ਹੈ ਨਾ, ਕੀਆਂ ਦੇ ਪੈਸੇ ਤੁਹਾਨੂੰ ਕਿੱਥੋਂ ਲੱਗਿਆ ਇਸ ਚੀਜ਼ ਦੇ ਕਿ ਮੈਨੂੰ ਇਹ ਕਰਨਾ ਚਾਹੀਦਾ? ਕਿਉਂਕਿ ਆਫ ਕੈਮਰਾ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਮੈਨੂੰ ਬੜਾ ਇੱਦਾਂ ਲੱਗਿਆ ਕਿ ਮੇਰੇ ਜੰਮੂ ਦੇ ਲੋਕ ਜਾਂਦੇ ਨੇ, ਮੈਂ ਉਹਨਾਂ ਨੂੰ ਦੇਖਦੀ ਹਾਂ, ਮੈਂ ਕਿ ਮੇਰਾ ਜਿੰਨਾ ਵੀ ਹੋ ਸਕਦਾ ਮੈਂ ਉਹਨਾਂ ਦੀ ਹੈਲਪ ਕਰ ਪਾਵਾਂ। ਫਿਰ ਤੁਸੀਂ ਇੱਕ ਰਾਹ ਚੁਣਿਆ ਕਿ ਮੈਂ ਇੱਦਾਂ ਕਿਉਂ ਨਾ ਹੈਲਪ ਕਰਾਂ, ਐਸਾ ਕੀ ਤੁਹਾਨੂੰ ਉੱਥੇ ਲੱਗਿਆ? ਜਦੋਂ ਮੈਂ ਚਲੋ ਮਤਲਬ ਆਲਮੋਸਟ 2 ਸਾਲ ਪਹਿਲੇ ਦੀ ਗੱਲ ਹੈ ਨਾ ਕਿ ਵੈਸੇ ਤਾਂ ਹਰ ਦਿਨ ਅਸੀਂ ਬੜੇ ਸਾਰੇ ਅਲੱਗ ਕੇਸਿਸ ਨੂੰ ਮਤਲਬ ਵਿਟਨੈਸ ਕਰਨੇ ਹਾਂ, ਐਕਸਪੀਰੀਅੰਸ ਕਰਨੇ ਹਾਂ, ਉਹਨਾਂ ਨਾਲ ਕੀ ਸਿਚੁਏਸ਼ਨਸ ਨੇ, ਉਹਦਾ ਵੀਜ਼ਾ ਸਟੇਟਸ ਕੀ ਹੈ, ਉਹਦੇ 'ਚ ਕੀ ਇਸ਼ੂਜ਼ ਨੇ ਹੈ ਨਾ, ਅਤੇ ਉਹਨਾਂ ਨੂੰ ਹੈਲਪ ਕਰਨੇ, ਉਹਨਾਂ ਨੂੰ ਉਹਦੇ ਵੀਜ਼ਾ ਸਟੇਟਸ ਫਿਕਸ ਕਰਨ ਵਾਸਤੇ, ਉਹਨਾਂ ਨੂੰ ਵਰਕ ਰਾਈਟਸ ਦਿਲਵਾਉਣ ਵਾਸਤੇ, ਕੁਛਾਂ ਦੇ ਹੈਲਥ ਇੰਸ਼ੋਰੈਂਸ ਦੇ ਇਸ਼ੂਜ਼ ਨੇ, ਕੁਛਾਂ ਦੇ ਕਾਲਜ ਦੀ ਫੀਸ ਦੇ ਇਸ਼ੂਜ਼ ਨੇ ਹੈ ਨਾ, ਐਨਰੋਲਮੈਂਟਸ ਦੇ ਆਲ ਦੈਟ ਸਟਫ। ਬਟ ਇੱਕ ਕੇਸ ਜਿਹਨੂੰ ਮੈਂ ਮਤਲਬ ਬੋਲਾਂਗੀ ਕਿ ਜਿਹਨੇ ਸੱਚੀ ਮਤਲਬ ਕਹਿੰਦੇ ਨਾ ਕਿ ਸੋਚਣ 'ਤੇ ਮਜਬੂਰ ਕੀਤਾ ਕਿ ਯਾਰ ਕਿਉਂ ਨਾ ਅਸੀਂ ਵੀ ਮਤਲਬ ਬੱਚਿਆਂ ਨੂੰ ਹੈਲਪ ਕਰੀਏ ਔਰ ਉਹਨੂੰ ਸਟਾਰਟ ਵੀ ਅਸੀਂ ਆਪਣੀ ਬਰਥ ਪਲੇਸ ਅਸੀਂ ਜੰਮੂ ਤੋਂ ਹੀ ਕਰੀਏ, ਅਤੇ ਉਹ ਸਾਡੇ ਵਾਸਤੇ ਇੱਕ ਪ੍ਰਿਵਿਲੇਜ ਹੈ ਨਾ। ਅਤੇ ਇੱਕ ਬੱਚੀ ਸੀ ਪੰਜਾਬ ਦੀ ਔਰ ਉਸਨੂੰ ਏਜੰਟ ਨੇ ਮਤਲਬ ਬਿਠਾ ਕੇ ਮਤਲਬ ਕਹਿੰਦੇ ਨਾ ਸਾਰਾ ਉਹਦਾ ਕੰਮ ਸ਼ਮ ਕਰਕੇ ਅਤੇ ਭੇਜ ਦਿੱਤਾ ਹੋਇਆ ਸੀ। ਬਟ ਜਦੋਂ ਉਹ ਆਸਟ੍ਰੇਲੀਆ ਆਈ ਤਾਂ ਉਹਨੂੰ ਆਪਣੀ ਜੋ ਉਹਦੀ ਫਾਈਲਿੰਗ 'ਚ ਜੋ ਵੀ ਕੋਈ ਇਸ਼ੂਜ਼ ਸੀ, ਜਿਹੜੇ ਭਾਵੇਂ ਡਾਕੂਮੈਂਟਸ ਨੂੰ ਲੈ ਕੇ ਸੀਗੇ ਜਾਂ ਜੋ ਵੀ ਉਹਦੇ 'ਚ ਡੇਟਾ ਦਿੱਤਾ ਗਿਆ ਸੀਗਾ, ਜੋ ਵੀ ਚੀਜ਼ਾਂ ਉਹਦੇ 'ਚ ਡਿਸਕਸ ਕੀਤੀਆਂ ਗਈਆਂ ਸੀ, ਉਹ ਕਿਤੇ ਨਾ ਕਿਤੇ ਡਿਪਾਰਟਮੈਂਟ ਨੇ ਉਹਦੇ 'ਤੇ ਇਤਰਾਜ਼ ਕੀਤਾ ਸੀ ਕਿ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰਾਂਗੇ ਹੈ ਨਾ। ਔਰ ਪਲੱਸ ਉੱਥੇ ਜਾ ਕੇ ਕਾਲਜ ਨਾਲ ਪ੍ਰੋਵਾਈਡਰਸ ਨਾਲ ਪ੍ਰੋਪਰ ਜੇ ਤੁਹਾਡੀ ਗੱਲਬਾਤ ਨਹੀਂ ਹੋਈ ਹੈ, ਬੱਚੇ ਨੂੰ ਨਹੀਂ ਦੱਸਿਆ ਗਿਆ ਹੈ ਕਿ ਤੁਹਾਡੀ ਕਲਾਸਿਸ ਕਦੋਂ ਸ਼ੁਰੂ ਹੋਣਗੀਆਂ, ਕਿਉਂਕਿ ਜਦੋਂ ਐਨਰੋਲਮੈਂਟਸ ਹੁੰਦੀਆਂ ਨੇ, ਐਡਮਿਸ਼ਨਸ ਹੁੰਦੀਆਂ ਨੇ, ਅਤੇ ਉੱਥੇ ਪ੍ਰੋਵੀਜ਼ਨਸ ਹੁੰਦੇ ਨੇ ਕਿ ਤੁਸੀਂ ਹੋਸਟਲ ਦੀ ਫੈਸਿਲਿਟੀਜ਼ ਰਹਿ ਸਕਦੇ ਹੋ, ਕਾਲਜ ਵੱਲੋਂ ਪਿਕ ਐਂਡ ਡਰੋਪ ਦੀ ਫੈਸਿਲਿਟੀਜ਼ ਰਹਿ ਸਕਦੇ ਹੋ, ਅਤੇ ਇਹ ਫੈਸਿਲਿਟੀ ਸਾਰੀ ਹਰ ਤਰ੍ਹਾਂ ਦੇ ਐਜੂਕੇਸ਼ਨ ਪ੍ਰੋਵਾਈਡਰ ਨੇ ਮਤਲਬ ਮੁਹੱਈਆ ਕਰਵਾਈਆਂ ਨੇ ਤਾਂ ਜੋ ਜਿਹੜਾ ਬੱਚਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੱਥੇ ਆਉਣ ਉਹ ਇਸ ਚੀਜ਼ ਦੀ ਮੁਸ਼ਕਿਲ ਨੂੰ ਫੇਸ ਨਾ ਕਰਨ ਹੈ ਨਾ। ਅਤੇ ਉਹ ਕਿਤੇ ਨਾ ਕਿਤੇ ਜੇ ਤੇ ਏਜੰਟ ਉਹਨਾਂ ਨੂੰ ਅਵੇਅਰ ਕਰਵਾ, ਨੈਚੁਰਲੀ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਦੱਸੋਗੇ ਨਹੀਂ ਕਿਸੇ ਬੱਚੇ ਨੂੰ ਤਾਂ ਉਹਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਹੈ ਨਾ। ਅਤੇ ਉਹ ਉਸ ਆਪਸ਼ਨਸ ਨੂੰ ਚੂਜ਼ ਕਰਨਾ ਨਾ ਚੂਜ਼ ਕਰਨਾ ਉਹ ਤਾਂ ਚਲੋ ਐਪਲੀਕੈਂਟ ਦੀ ਆਪਣੀ ਮਰਜ਼ੀ ਹੈ, ਬਟ ਐਜ਼ ਅ ਰਿਸਪੌਂਸਿਬਿਲਿਟੀ ਵੀ ਮਸਟ ਟੈਲ ਦੈਮ ਕਿ ਇਹ ਵਾਲੀ ਆਪਸ਼ਨਸ ਨੇ, ਜੇ ਤੁਸੀਂ ਇਹਨਾਂ ਨੂੰ ਪਿਕ ਕਰਦੇ ਹੋ ਤਾਂ ਤੁਹਾਡੀ ਇਹ ਵਾਲੇ ਇਸ਼ੂਜ਼ ਨੇ ਉਹ ਵੀ ਰਿਜ਼ੋਲਵ ਹੋ ਸਕਦੇ ਨੇ ਹੈ ਨਾ। ਔਰ ਨੈਚੁਰਲੀ ਜਦੋਂ ਤੁਸੀਂ ਇੱਕ ਜਗ੍ਹਾ 'ਤੇ ਪੁੱਜ ਜਾਂਦੇ ਹੋ ਫਿਰ ਜਾ ਕੇ ਤਾਂ ਤੁਸੀਂ ਲੋਕਾਂ ਨਾਲ ਫੈਮਿਲੀਅਰ ਹੁੰਦੇ ਹੋ, ਫਿਰ ਤੁਹਾਨੂੰ ਉੱਥੇ ਦੀ ਇਨਵਾਇਰਮੈਂਟ ਦਾ ਪਤਾ ਚੱਲ ਜਾਂਦਾ ਹੈ, ਤੁਸੀਂ ਲੋਕਾਂ ਨਾਲ ਰੂਬਰੂ ਹੋ ਜਾਂਦੇ ਹੋ, ਤੁਹਾਡੀ ਬੜੀ ਸਾਰੀ ਚੀਜ਼ਾਂ ਸੌਰਟ ਆਊਟ ਹੋਈ ਜਾਂਦੀਆਂ ਨੇ। ਇਹ ਸਿਰਫ ਇਨੀਸ਼ੀਅਲ ਡੇਜ਼ ਦੀ ਕੁਝ ਮੁਸ਼ਕਿਲਾਤ ਹੁੰਦੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਗਰ ਏਜੰਟ ਉਹਨਾਂ ਨੂੰ ਸਹੀ ਤਰ੍ਹਾਂ ਦੱਸਣ ਅਤੇ ਉਹਨਾਂ ਨੂੰ ਮਤਲਬ ਅੱਛਾ ਰਹਿੰਦਾ ਹੈ। ਅਤੇ ਉਸ ਬੱਚੀ ਦਾ ਜਿਹੜਾ ਵੀ ਸਿਚੁਏਸ਼ਨ ਸੀ ਅਤੇ ਉਹ ਫਿਰ ਮੈਂ ਡਿਸਕਸ ਕੀਤਾ ਬੜਿਆਂ ਨਾਲ ਮਤਲਬ ਕਰੀਅਰ ਆਪਸ਼ਨਸ ਵਾਸਤੇ, ਅਤੇ ਉਹ ਦੈਟ ਰੀਅਲੀ ਮੋਟੀਵੇਟਡ ਮੀ ਕਿ ਸ਼ੋਰਲੀ ਯੂਥ ਨੂੰ ਪਰਟੀਕੂਲਰਲੀ ਜਿਹੜੇ 12th ਪਾਸ ਆਊਟਸ ਨੇ ਉਹਨਾਂ ਨੂੰ ਕਾਫੀ, ਕਿਉਂਕਿ ਉਹ ਏਜ ਹੀ ਐਸੀ ਹੁੰਦੀ ਕਿ ਬੱਚੇ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਹੈ ਨਾ। ਅਤੇ ਉਹ ਇੱਕ ਐਸਾ ਪੁਆਇੰਟ ਸੀ ਜਦੋਂ ਅਸੀਂ ਸੋਚਿਆ ਕਿ ਇਸ ਪ੍ਰੋਫੈਸ਼ਨ ਨੂੰ ਜੇ ਅਸੀਂ ਅੱਗੇ ਆਪਣੇ ਮਤਲਬ ਕਹਿੰਦੇ ਨਾ ਉਹਨੂੰ ਅਸੀਂ ਦੇਖ ਸਕੀਏ, ਹਾਂਜੀ ਚਲੋ ਭਲਾ ਹੋਏ ਸਮਾਜ ਦਾ, ਬਿਲਕੁਲ। ਅਤੇ ਉਸ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਵੀ ਸਰਵ ਕਰਾਂਗੇ, ਨਾਟ ਓਨਲੀ ਆਰ ਕਮਿਊਨਿਟੀ, ਦੂਸਰੀ ਕਮਿਊਨਿਟੀਜ਼ ਨੂੰ ਵੀ ਸਰਵ ਕਰਾਂਗੇ, ਕਿਉਂਕਿ ਸਾਡੀ ਜਿਹੜੀ ਕਲਾਇੰਟ ਬੇਸ ਹੈ ਉਹ ਸਿਰਫ ਜੰਮੂ ਤੱਕ ਜਾਂ ਮਤਲਬ ਆਪਣੇ ਜਿਹੜੇ ਕਮਿਊਨਿਟੀ ਉੱਥੇ ਤੱਕ ਰਿਸਟ੍ਰਿਕਟਡ ਨਹੀਂ ਹੈ। ਬਿਲਕੁਲ ਸ਼ੋਰਲੀ ਉਹਦੇ ਹੋਰਾਈਜ਼ਨਸ ਅਸੀਂ ਵਧਾ ਰਹੇ ਹਾਂ। ਜਦੋਂ ਲੋਕਾਂ ਨੂੰ ਤੁਹਾਡੇ ਤੋਂ ਉਮੀਦ ਲੱਗ ਜਾਂਦੀ ਹੈ ਤੇ ਫਿਰ ਤੁਸੀਂ ਸਮਾਜ ਦੇ ਲਈ ਹੋ ਜਾਂਦੇ ਹੋ ਕਿ ਬਿਲਕੁਲ ਕਿ ਤੁਹਾਨੂੰ ਪਤਾ ਕਿ ਤੁਹਾਡਾ ਪ੍ਰੋਫੈਸ਼ਨ ਹੁਣ ਬਣ ਗਿਆ ਇਹ, ਜਾਂ
ਤੁਹਾਨੂੰ ਜਿੱਦਾਂ ਵੀ ਅੰਦਰੋਂ ਹੋਇਆ ਕਿ ਚਲੋ ਮੈਨੂੰ ਇਹ ਵੀ ਕਰਨਾ ਚਾਹੀਦਾ, ਨਾਲ ਉਹਦੇ ਨਾਲ ਤੁਹਾਡੇ ਨਾਲ ਇੱਕ ਸਮਾਜ ਦੇ ਪ੍ਰਤੀ ਤੁਹਾਡਾ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਪੂਰੇ ਸਮਾਜ ਦੇ ਲਈ ਇੱਕ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਪੂਰਾ ਹੈ ਨਾ ਕੰਮ ਕਰੋ। ਤੇ ਇੱਕ ਬੜਾ ਜ਼ਰੂਰੀ ਜਿਹਾ ਸਵਾਲ ਹੈ ਮੇਰਾ, ਕਈ ਵਾਰੀ ਨਾ ਇਹ ਤਾਂ ਚਲੋ ਤੁਹਾਡਾ ਹੁਣ ਆਪਾਂ ਕਰਨ ਲੱਗੇ ਪਹਿਲਾ ਸਵਾਲ ਇਹੋ ਪੁੱਛ ਲੈਂਦੇ ਹਾਂ ਇੱਕ ਐਜ਼ ਅ ਏਜੰਟ, ਐਜ਼ ਅ ਕੰਸਲਟੈਂਟ, ਕਈ ਵਾਰੀ ਲੋਕ ਬੜੇ ਪਰੇਸ਼ਾਨ ਹੋ ਜਾਂਦੇ ਨੇ ਕਿ ਮੇਰੀ ਰਿਫਿਊਜ਼ਲ ਆ ਗਈ ਹੈ, ਮੈਨੂੰ ਨਹੀਂ ਲੱਗਦਾ ਹੁਣ ਮੈਂ ਉਹ ਵਾਲੀ ਉੱਥੋਂ ਤੱਕ ਮੇਲ ਕਿਵੇਂ ਜਾਣੀ ਆ, ਮੇਰੀ ਕੋਈ ਸੁਣੇਗਾ ਕੌਣ, ਮੈਂ ਕਿਵੇਂ ਕਰਾਂਗਾ, ਉੱਥੇ ਬੰਦੇ ਦੀ ਢੇਰੀ ਜਿਹੀ ਟਹਿ ਜਾਂਦੀ, ਮਤਲਬ ਟੁੱਟ ਜਾਂਦਾ ਇਨਸਾਨ ਅੰਦਰੋਂ। ਤੇ ਕਿਆ ਐਸਾ ਅਗਰ ਤੁਸੀਂ ਪ੍ਰੋਪਰ ਵੇ ਦੇ ਨਾਲ ਚੱਲਦੇ ਹੋ ਕਿ ਇਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹਾਂ ਤੁਸੀਂ ਆਪਣੀ ਮੰਜ਼ਿਲ ਦੇ ਜੋ ਅਗਰ ਤੁਸੀਂ ਲੀਗਲ ਵੇ ਨਾਲ ਚੱਲ ਰਹੇ ਹੋ ਤਾਂ ਤੁਸੀਂ ਰਿਫਿਊਜ਼ਲਸ ਦੇ ਦੌਰਾਨ ਵੀ ਆਪਣੀ ਗੱਲ ਨੂੰ ਰੱਖ ਸਕਦੇ ਹੋ? ਬਿਲਕੁਲ, ਇਹਦੇ ਵੀ ਪ੍ਰੋਵੀਜ਼ਨਸ ਨੇ, ਔਨ ਸ਼ੋਰ ਵੀ, ਆਫ ਸ਼ੋਰ ਵੀ। ਔਨ ਸ਼ੋਰ ਮਤਲਬ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਹੀ ਹੋ, ਆਫ ਸ਼ੋਰ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਨਹੀਂ ਹੋ, ਹੈ ਨਾ, ਦੋ ਤਰ੍ਹਾਂ ਦੀ ਐਪਲੀਕੇਸ਼ਨਸ ਹੁੰਦੀਆਂ ਨੇ। ਜੇ ਤਾਂ ਤੁਸੀਂ ਔਨ ਸ਼ੋਰ ਹੋ ਮਤਲਬ ਉਸ ਕੰਟਰੀ ਵਿੱਚ ਹੀ ਹੋ ਜਿੱਥੇ ਤੁਸੀਂ ਪੜ੍ਹ ਰਹੇ ਹੋ ਜਾਂ ਤੁਸੀਂ ਵਰਕ ਵੀਜ਼ਾ 'ਤੇ ਹੋ ਜਾਂ ਕੰਮ ਕਰ ਰਹੇ ਹੋ, ਅਤੇ ਗਵਰਨਮੈਂਟ ਨੇ ਰਿਵਿਊ ਦੀ ਆਪਸ਼ਨਸ ਰੱਖੀਆਂ ਹੋਈਆਂ ਨੇ, ਹੈ ਨਾ। ਰਿਵਿਊ ਜਿਸ ਤਰ੍ਹਾਂ ਆਸਟ੍ਰੇਲੀਆ ਵਾਸਤੇ AAT ਰਿਵਿਊ ਪ੍ਰੋਸੈਸ ਹੈ, ਪ੍ਰੋਸੀਜਰ ਹੈ, ਜਿਹਦੇ 'ਚ ਤੁਸੀਂ ਆਪਣੀ ਐਪਲੀਕੇਸ਼ਨ ਪਾਉਂਦੇ ਹੋ ਔਰ ਇੱਕ ਤੈਅ ਸਮੇਂ ਦੇ ਬਾਅਦ ਉਹ ਤੁਹਾਡੇ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਨੇ, ਜਿਹਦੇ 'ਚ ਤੁਹਾਨੂੰ ਮੌਕਾ ਮਿਲਦਾ ਹੈ ਐਕਸਪਲੇਨ ਕਰਨ ਦਾ ਕਿ ਜਿਸ ਚੀਜ਼ 'ਤੇ ਤੁਸੀਂ ਰਿਫਿਊਜ਼ਲ ਦਿੱਤਾ ਹੋਇਆ ਉਹਨੂੰ ਮੈਂ ਇਸ ਤਰ੍ਹਾਂ ਐਕਸਪਲੇਨ ਕਰਨਾ। ਜੇ ਤੁਸੀਂ ਸੈਟਿਸਫਾਈ ਕਰਦੇ ਹੋ, ਸ਼ੋਰਲੀ ਤੁਹਾਡੇ ਰੈਮਿਟ ਹੁੰਦੇ ਨੇ ਡਿਸੀਸ਼ਨਸ, ਵੀਜ਼ਾ ਗ੍ਰਾਂਟਸ ਹੁੰਦੇ ਨੇ। ਸਿਮਿਲਰਲੀ ਆਫਸ਼ੋਰ ਜਿਹੜੀ ਕਿ ਆਸਟ੍ਰੇਲੀਆ ਵਿੱਚ ਨਹੀਂ ਨੇ ਐਪਲੀਕੈਂਟਸ, ਉਹਨਾਂ ਵਾਸਤੇ ਰਿਫਿਊਜ਼ਲ ਆਉਣਾ ਇਹ ਨਹੀਂ ਹੈ ਕਿ ਤੁਸੀਂ ਉੱਥੇ ਹੀ ਰੁਕ ਗਏ ਹੋ, ਮਤਲਬ ਅੱਗੇ ਨਹੀਂ ਹੈ, ਜੋ ਕਿ ਬੜੇ ਲੋਕ ਇਸ ਤਰ੍ਹਾਂ ਸੋਚਦੇ ਵੀ ਹੈ ਨੇ ਕਿ ਇੱਕ ਰਿਫਿਊਜ਼ਲ ਆ ਗਿਆ ਹੈ ਅਤੇ ਮਤਲਬ ਸ਼ਾਇਦ ਅੱਗੇ ਦਾ ਰਸਤਾ ਬੰਦ ਹੈ ਨਾ। ਔਰ ਜਾਂ ਉਹਨਾਂ ਦੀ ਸੋਚ ਹੋਏਗੀ ਕਿ ਕੈਨੇਡਾ ਦਾ ਰਿਫਿਊਜ਼ਲ ਆ ਗਿਆ ਤਾਂ ਹੁਣ ਅਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਨਹੀਂ ਕਰ ਸਕਦੇ, ਹੈ ਨਾ, ਜੋ ਕਿ ਕੁਛ ਹੱਦ ਤੱਕ ਠੀਕ ਵੀ ਹੈ ਕਿਉਂਕਿ ਕੰਟਰੀਜ਼ ਆਪਣਾ ਡੇਟਾ ਵਗੈਰਾ ਸ਼ੇਅਰ ਕਰਦੀਆਂ ਨੇ। ਬਟ ਉਸਨੂੰ ਜੇ ਇਸ ਨਜ਼ਰੀਏ ਨਾਲ ਦੇਖਿਆ ਜਾਏ ਕਿ ਕੋਈ ਚੀਜ਼ ਡਿਪਾਰਟਮੈਂਟ ਨੂੰ ਸਮਝ ਨਹੀਂ ਆਈ ਹੈ ਜਾਂ ਉਹਦੇ ਤੋਂ ਸੈਟਿਸਫਾਈਡ ਨਹੀਂ ਨੇ, ਅਤੇ ਉਸ ਚੀਜ਼ ਨੂੰ ਦੁਬਾਰਾ ਐਡਰੈਸ ਕੀਤਾ ਜਾਏ, ਉਹਨੂੰ ਦੁਬਾਰਾ ਐਕਸਪਲੇਨ ਕੀਤਾ ਜਾਏ। ਅਤੇ 4 ਰਿਫਿਊਜ਼ਲਸ ਦੇ ਬਾਅਦ ਵੀ ਵੀਜ਼ਾ ਗ੍ਰਾਂਟ ਹੋਏ ਨੇ, ਅਸੀਂ ਖੁਦ ਵਿਟਨੈਸ ਕੀਤੇ ਨੇ, ਅਸੀਂ ਉਹਨਾਂ ਨਾਲ ਹੋ ਕੇ ਬੱਚਿਆਂ ਨੂੰ ਹੈਲਪ ਕੀਤੀ ਹੈ। ਐਂਡ ਬੜਾ ਉਹਨਾਂ ਦੇ ਉਹ ਐਕਸਪ੍ਰੈਸ਼ਨਸ ਜਿਹੜੇ ਹੁੰਦੇ ਨੇ, ਜਿਹੜੀਆਂ ਦੁਆਵਾਂ ਉਸ ਟਾਈਮ ਤੁਹਾਨੂੰ ਦਿੰਦੇ ਨਾ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈ, ਦੇ ਆਰ ਪ੍ਰਾਈਸਲੈਸ। ਇਸ ਤਰ੍ਹਾਂ ਹੁੰਦਾ ਕਿਸੇ ਦਾ ਜ਼ਿੰਦਗੀ ਦਾ ਬਹੁਤ ਡ੍ਰੀਮਸ ਜਿਹੜੇ ਹੁੰਦੇ ਨੇ ਬੱਚਿਆਂ ਦੇ, ਪੇਰੈਂਟਸ ਨੂੰ ਇੱਕ ਅੱਛੀ ਲਾਈਫ ਦੇਣ ਦਾ, ਹੈ ਨਾ, ਆਪਣਾ ਅੱਛਾ ਕਰੀਅਰ ਬਣਾਉਣ ਦਾ, ਫੋਰਨ ਜਾ ਕੇ ਰਹਿਣ ਦਾ, ਡਿਵੈਲਪਡ ਕੰਟਰੀਜ਼ ਨੂੰ ਵਿਟਨੈਸ ਕਰਨ ਦਾ, ਹੈ ਨਾ। ਔਰ ਇੱਕ ਅੱਛਾ ਆਪਸ਼ਨ ਹੈ ਨਾ ਸਿਰਫ ਉੱਥੇ ਜਾ ਕੇ ਸੈਟਲ ਹੋਣ ਦਾ, ਬਲਕਿ ਬੜੀ ਸਾਡੀ ਐਸੀ ਕਮਿਊਨਿਟੀ ਜਿਹੜੀ ਉੱਥੇ ਆ ਕੇ ਪੜ੍ਹ ਕੇ ਆ ਕੇ ਉਸ ਚੀਜ਼ਾਂ ਨੂੰ ਆਪਣੀ ਕੰਟਰੀ 'ਚ ਇੰਪਲੀਮੈਂਟ ਕਰਦੇ ਨੇ, ਆਪਣੀ ਕਮਿਊਨਿਟੀ ਨੂੰ ਉਹ ਵਾਪਿਸ ਕਰਦੇ ਨੇ, ਹੈ ਨਾ, ਜਿਵੇਂ ਤੁਸੀਂ ਕਰ ਰਹੇ ਹੋ। ਮੈਂ ਮਤਲਬ ਇਟਸ ਮੇਰੇ ਵਾਸਤੇ ਬੜੀ ਇੱਕ ਪ੍ਰਿਵਿਲੇਜ ਵਾਲੀ ਗੱਲ ਹੈ ਨਾ ਕਿ ਆ ਕੇ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ, ਆਪਣੀ ਬਰਥ ਪਲੇਸ ਨੂੰ ਸਰਵ ਕਰਨਾ, ਇੱਕ ਮੌਕਾ ਹੈ ਐਂਡ ਆਈ ਐਮ ਵੈਰੀ ਥੈਂਕਫੁਲ। ਅੱਛਾ, ਕਿੰਨੀ ਕੁ ਕੋਸ਼ਿਸ਼ ਤੁਹਾਡੀ ਰਹਿੰਦੀ ਹੁੰਦੀ, ਕਿਉਂਕਿ ਹੁਣ ਦੇਖੋ ਜਿਵੇਂ ਇਸ ਚੀਜ਼ ਦੇ ਵਿੱਚ ਨਾ ਤੁਸੀਂ ਅਗਰ ਕਿਸੇ ਤੁਹਾਡੇ ਕੋਲ ਕੋਈ ਕਲਾਇੰਟ ਆਇਆ, ਕੋਈ ਸਟੂਡੈਂਟ ਆ, ਕੋਈ PR ਦੇ ਲਈ ਆ ਜੀ, ਅਗਰ ਤੁਹਾਡੇ ਕੋਲੋਂ ਕੋਈ ਸੈਟਿਸਫਾਈ ਹੈ ਕਿ ਹਾਂ ਠੀਕ ਹੈ ਮੈਨੂੰ ਇਸ ਵੇ ਨਾਲ ਇਹਨਾਂ ਨੇ ਕਿਹਾ ਸੀਗਾ ਔਰ ਮੇਰਾ ਉੱਦਾਂ ਹੋ ਗਿਆ ਹੈਗਾ, ਤੁਹਾਡੀ ਕਿੰਨੀ ਕੋਸ਼ਿਸ਼ ਹੈ? ਕਿਉਂਕਿ ਦੇਖੋ ਜੋ ਤੁਹਾਡੀ ਇੱਥੋਂ ਆਊਟ ਤੁਸੀਂ ਦੋਗੇ ਇਹੀ ਤੁਹਾਡਾ ਬਾਹਰ ਜਿਹੜਾ ਜਾਏਗਾ, ਕਿਉਂਕਿ ਅਗਰ ਕਿਸੇ ਦੇ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਉਹਦੇ ਨਾਲ ਮੈਨੂੰ ਲੱਗਦਾ ਮੈਸੇਜ ਹੈ ਜਿਹੜਾ ਸਮਾਜ ਦੇ ਵਿੱਚ ਜਾਂ ਕੁਝ ਅੱਛਾ ਨਹੀਂ ਜਾਏਗਾ। ਸ਼ਾਇਦ ਮੈਨੂੰ ਲੱਗਦਾ ਤੁਹਾਡਾ ਜਿਹੜਾ ਸਟਾਰਟਅਪ ਆ ਉਹ ਮੈਨੂੰ ਲੱਗਦਾ ਇੱਥੇ ਹੀ ਹੋਣਾ ਚਾਹੀਦਾ। ਕਿ ਮਤਲਬ ਤੁਸੀਂ ਕਿਵੇਂ ਕਹਿੰਦੇ ਹੋ? ਦੇਖੋ ਇਵੇਂ ਹੈ ਕਿ ਮੈਂ ਆਪਣੇ ਕਲਾਇੰਟਸ ਨਾਲ ਵੀ ਆਹੀ ਗੱਲ ਕਹਿੰਦੀ ਹਾਂ ਕਿ ਵੀ ਵਿਲ ਗਿਵ ਆਰ ਬੈਸਟ, ਹੈ ਨਾ। ਦੋ ਗੱਲਾਂ ਹੁੰਦੀਆਂ, ਇੱਕ ਤਾਂ ਹੁੰਦਾ ਕਿ ਤੁਸੀਂ ਉਹ ਕੰਮ ਸਹੀ ਨਾ ਕੀਤਾ ਹੋਏ ਤੇ ਉਹਦਾ ਨਤੀਜਾ ਸਹੀ ਨਹੀਂ ਆਇਆ ਤੇ ਉਹਦੇ 'ਚ ਤੁਹਾਨੂੰ ਰਿਗਰੈਟ ਹੁੰਦਾ ਕਿ ਹਾਂ ਇਹਦੇ 'ਚ ਕੁਝ ਕਮੀ ਪੇਸ਼ੀ ਰਹਿ ਗਈ ਸੀ ਜੀ। ਇੱਕ ਹੁੰਦਾ ਕਿ ਤੁਸੀਂ ਕੰਮ ਪੂਰਾ ਸਹੀ ਕੀਤਾ ਹੋਏ ਔਰ ਆਪਣਾ ਪੂਰੀ ਕਹਿੰਦੇ ਨਾ ਹਾਰਟ ਐਂਡ ਸੋਲ ਉੱਤੇ ਲਗਾਇਆ, ਉਹਦੇ ਬਾਵਜੂਦ ਵੀ ਜੇ ਨਤੀਜਾ ਸਹੀ ਨਹੀਂ ਹੈ ਤੇ ਐਟਲੀਸਟ ਉਹ ਤੁਹਾਡੀ ਵੀ ਸੈਟਿਸਫੈਕਸ਼ਨ ਹੈ, ਕਲਾਇੰਟ ਦੀ ਵੀ ਸੈਟਿਸਫੈਕਸ਼ਨ ਹੈ ਕਿ ਇਹ ਥਰਡ ਪਾਰਟੀ ਦਾ ਆਪਣਾ ਡਿਸੀਜਨ ਹੈ ਤੇ ਉਹ ਐਕਸੈਪਟ ਕਰਦੇ ਨੇ, ਉਹਦੇ 'ਚ ਨਾਰਾਜ਼ਗੀ ਨਹੀਂ ਹੈ, ਸ਼ਿਕਾਇਤ ਨਹੀਂ ਹੈ, ਹੈ ਨਾ, ਕਿਉਂਕਿ ਕੰਮ ਨੂੰ ਉਸ ਤਰ੍ਹਾਂ ਕੀਤਾ ਗਿਆ ਹੈ ਜਿਸ ਤਰ੍ਹਾਂ ਉਹ ਕੰਮ ਹੋਣਾ ਚਾਹੀਦਾ ਸੀ। ਬਾਕੀ ਡਿਪੈਂਡ ਕਰਦਾ ਹੈ ਕਿ ਪ੍ਰੋਫਾਈਲਸ ਕਿਸ ਤਰ੍ਹਾਂ ਦੇ ਨੇ, ਮਤਲਬ ਜੋ ਐਪਲੀਕੈਂਟ ਹੈ ਉਹਦੀ ਆਪਣੀ ਹਿਸਟਰੀ ਕੀ ਹੈ, ਉਹਨੇ ਜੋ ਚੂਜ਼ ਕੀਤਾ ਹੈ ਉਹ ਕੈਸਾ ਹੈ ਨਾ। ਉਹ ਭਾਵੇਂ ਵਰਕ ਵੀਜ਼ਾਜ਼ ਨੇ, ਭਾਵੇਂ ਸਟੂਡੈਂਟ ਵੀਜ਼ਾਜ਼ ਨੇ, ਜਿਸ ਤਰ੍ਹਾਂ ਦੀ ਵੀ ਮਾਈਗ੍ਰੇਸ਼ਨ ਹੈ, ਇਹਦੇ 'ਚ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਕਿਹੜੀਆਂ ਆਪਸ਼ਨਸ ਨੂੰ ਚੂਜ਼ ਕਰਦੇ ਹੋ। ਕਈ ਵਾਰੀ ਕਹਿੰਦੇ ਨਾ ਕਿ ਚੁਣਾਵ ਸਹੀ ਨਹੀਂ ਸੀ, ਹੈ ਨਾ, ਅਤੇ ਉਹਦੇ 'ਤੇ ਬਹੁਤ ਡਿਪੈਂਡ ਕਰਦਾ ਹੈ ਕਿ ਉਹ ਕੰਮ ਸਹੀ ਹੋਇਆ ਜਾਂ ਗਲਤ ਹੋਇਆ ਹੈ। ਬਟ ਓਵਰਆਲ ਮੈਨੂੰ ਇਹ ਲੱਗਦਾ ਕਿ ਇੱਕ ਕੰਮ ਨੂੰ ਸਹੀ ਤਰ੍ਹਾਂ ਕੀਤਾ ਜਾਏ
ਉਹਦੇ 'ਚ ਜੋ ਉਹਦੇ 'ਚ ਬੈਸਟ ਹੈ ਉਹ ਕੀਤਾ ਜਾਏ, ਉਹਦੇ ਪ੍ਰੋਸੈਸ ਦੇ ਹਿਸਾਬ ਨਾਲ, ਉਹਦੇ ਪ੍ਰੋਸੀਜਰ ਦੇ ਹਿਸਾਬ ਨਾਲ, ਉਹਦੀ ਜੋ ਦੀ ਰਿਕੁਆਇਰਮੈਂਟ ਹੈ, ਐਲੀਜੀਬਿਲਿਟੀ ਹੈ, ਉਹਦੇ ਹਿਸਾਬ ਨਾਲ। ਉਹਦੇ ਬਾਵਜੂਦ ਵੀ ਜੇ ਨਤੀਜਾ ਤੁਹਾਡੇ ਹੱਕ 'ਚ ਨਾ ਹੋਏ ਤਾਂ ਨੈਚੁਰਲੀ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਸ਼ਾਇਦ ਉਹਨੇ ਉਸ ਤਰ੍ਹਾਂ ਹੋਣਾ ਨਹੀਂ ਸੀ। ਬਟ ਨੋਰਮਲੀ ਕਿਸੇ ਵੀ ਕੰਮ ਨੂੰ, ਕਿਸੇ ਵੀ ਟਾਸਕ ਨੂੰ ਜਦੋਂ ਅਸੀਂ ਉਸ ਤਰ੍ਹਾਂ ਹੀ ਕਰਦੇ ਹਾਂ ਜਿਸ ਤਰ੍ਹਾਂ ਕਿ ਉਹਦਾ ਹੋਣਾ ਚਾਹੀਦਾ ਜਾਂ ਜੋ ਤੈਅ ਹੈ, ਤੇ ਨਤੀਜੇ ਜਿਹੜੇ ਨੇ ਮਤਲਬ ਬਹੁਤ ਕਹਿੰਦੇ ਨਾ 100% ਨਹੀਂ ਹੋਣਗੇ, ਲੇਕਿਨ ਸ਼ਾਇਦ 10% ਪਿੱਛੇ ਹੋਣਗੇ, ਬਟ ਫਿਰ ਵੀ ਉਹ ਕੰਮ ਜ਼ਰੂਰ ਹੁੰਦੇ ਨੇ। ਅੱਛਾ, ਤੁਸੀਂ ਜਿਵੇਂ ਕੱਲ੍ਹ ਨੂੰ ਹੁਣ ਆਸਟ੍ਰੇਲੀਆ ਹੋਵੋਗੇ ਕੁਝ ਦਿਨ ਬਾਅਦ, ਫਿਰ ਤੁਹਾਡਾ ਇੱਥੇ ਤੁਹਾਡੇ ਨਾਲ ਕਿਵੇਂ ਰਾਬਤਾ ਕਰ ਸਕਦੇ ਨੇ? ਅਸੀਂ ਇੱਥੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਜਿਸ ਤਰ੍ਹਾਂ ਸੋਚਿਆ ਕਿ ਹੁਣ ਜੰਮੂ ਜਾਣਾ, ਅਸੀਂ ਐਕਸਪੈਂਡ ਕਰਨਾ ਨਾ, ਇਟਸ ਟਾਈਮ ਟੂ ਗਿਵ ਬੈਕ ਜੋ ਸਾਨੂੰ ਇੱਥੋਂ ਮਿਲਿਆ ਨਾ। ਅਸੀਂ ਇੱਥੋਂ ਪੜ੍ਹਾਈਆਂ ਕਰਕੇ ਗਏ ਹਾਂ, ਦੁਨੀਆ ਉੱਥੇ ਜਾ ਕੇ ਵੀ ਪੜ੍ਹਦੀ ਹੈ, ਫਿਰ ਐਕਸਲ ਕਰਦੀ ਹੈ, ਪਰ ਅਸੀਂ ਇੱਥੋਂ ਪੜ੍ਹ ਕੇ ਗਏ, ਅਸੀਂ ਉਸੇ ਪੜ੍ਹਾਈ ਨੂੰ ਯੂਜ਼ ਵੀ ਕੀਤਾ ਹੈ ਨਾ। ਅਤੇ ਉਸ ਚੀਜ਼ ਨੂੰ ਦੇਖਦੇ ਹਾਂ, ਪਲੱਸ ਹੁਣ ਦਾ ਜਿਹੜਾ ਦੌਰ ਹੈ, ਜੋ ਬੱਚਿਆਂ ਦੀ ਜ਼ਰੂਰਤਾਂ ਨੇ, ਹਰ ਦਿਨ ਨਵੇਂ ਕੇਸਿਸ ਨੂੰ ਅਸੀਂ ਹੈਂਡਲ ਕਰਨੇ ਆ, ਅਤੇ ਉਹ ਸਾਰੀਆਂ ਬੜੀ ਸਾਰੀ ਉਹਨਾਂ ਚੀਜ਼ਾਂ ਨੇ ਸਾਨੂੰ ਮਤਲਬ ਮੈਂ ਨਹੀਂ ਕਹਾਂਗੀ ਫੋਰਸ ਕੀਤਾ, ਲੇਕਿਨ ਇਹ ਆਈਡੀਆ ਸਾਡੇ ਉਹਦੇ ਵਿੱਚ ਆਇਆ ਸੀ ਕਿ ਅਸੀਂ ਇੱਥੋਂ ਸ਼ੁਰੂ ਕਰੀਏ ਹੈ ਨਾ। ਅਤੇ ਅਸੀਂ ਉਹਦੇ ਤਹਿਤ ਹੀ ਹੁਣ ਇੱਥੇ ਅਸੀਂ ਸੈਟਅਪ ਕੀਤਾ ਹੈ, ਅਸੀਂ ਐਕਸਪੈਂਡ ਕਰ ਰਹੇ ਹਾਂ ਜੰਮੂ 'ਚ ਹੀ ਬਿਜ਼ਨਸ। ਇਸ ਵਕਤ ਅਸੀਂ E9 ਸੈਨਿਕ ਕਾਲੋਨੀ 'ਚ ਹੈਗੇ ਹਾਂ, ਔਰ ਸਾਡੀ ਟੀਮ ਹੈ ਇੱਥੇ। ਅਤੇ ਜਿਹੜੇ ਵੀ ਸਾਡੇ ਮਤਲਬ ਜੋ ਵੀ ਇੱਛੁਕ ਨੇ, ਜਾਣਨਾ ਚਾਹੁੰਦੇ ਨੇ ਕੁਛ ਇਹਦੇ ਬਾਰੇ, ਕੋਈ ਵੀ ਕੁਐਰੀਜ਼ ਨੇ ਕਿਸੇ ਵੀ ਤਰ੍ਹਾਂ, ਜੇ ਕਿਸੇ ਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹ ਸਾਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ। ਸਾਡੇ ਆਨਲਾਈਨ ਲਿੰਕ ਅਵੇਲੇਬਲ ਨੇ ਜੀ, ਉਹਦੇ 'ਤੇ ਆਪਣੀ ਇਨਫੋਰਮੇਸ਼ਨ ਭੇਜ ਕੇ, ਆਪਣੀ ਜੋ ਬੇਸਿਕ ਚੀਜ਼ਾਂ ਨੂੰ ਉੱਤੇ ਭੇਜ ਕੇ ਉਹਦੇ ਬਾਰੇ ਸਾਨੂੰ ਅਸੈਸਮੈਂਟ ਵਾਸਤੇ ਪੁੱਛ ਸਕਦੇ ਨੇ, ਜਾਂ ਮਤਲਬ ਉਹ ਫੋਨ 'ਤੇ ਸਾਨੂੰ ਕਾਲ ਕਰ ਸਕਦੇ ਨੇ, WhatsApp 'ਤੇ ਕੁਇਕਲੀ ਸਾਨੂੰ ਮਤਲਬ ਕੰਟੈਕਟ ਕਰ ਸਕਦੇ ਨੇ। ਔਰ ਜੋ ਵੀ ਉਹਨਾਂ ਦੀ ਕੁਐਰੀਜ਼ ਹੋਣਗੀ, ਜੋ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਭਾਵੇਂ ਐਨਰੋਲਮੈਂਟਸ ਨੇ, ਭਾਵੇਂ ਐਡਮਿਸ਼ਨਸ ਨੇ, ਜਾਂ ਮਾਈਗ੍ਰੇਸ਼ਨ ਹੈ, ਕੁਛ ਵੀ ਹੈ, ਤਾਂ ਉਹਦੇ 'ਚ ਅਸੀਂ ਉਹਨਾਂ ਨੂੰ ਅਸਿਸਟ ਕਰ ਸਕਦੇ ਹਾਂ। ਅੱਛਾ, ਇੱਕ ਮੇਰਾ ਲਾਸਟ ਸਵਾਲ ਇਹ ਰਹੇਗਾ, ਕਿਹੜੀ ਕੰਟਰੀ, ਕਿਉਂਕਿ ਹਰ ਕੋਈ ਕੈਨੇਡਾ ਜਾਣਾ ਚਾਹੁੰਦਾ, ਕੋਈ ਆਸਟ੍ਰੇਲੀਆ, ਕੋਈ ਲਾਸਟ, ਫਿਰ ਕਈ ਵਾਰੀ ਆਪਾਂ ਇਹ ਸੋਚਦੇ ਚਲੋ ਇੰਗਲੈਂਡ ਦਾ ਹੀ ਲਾ ਕੇ ਦੇਖ ਲੈਂਦੇ ਹਾਂ। ਬਿਲਕੁਲ, ਆਪਸ਼ਨਸ ਵੀ ਦੇਖਣ ਵਾਸਤੇ ਨਾ। ਹਾਂ, ਅਤੇ ਤੁਸੀਂ ਕਿਹੜੀ ਕੰਟਰੀ ਦਾ ਤੁਹਾਡੇ ਕੋਲ ਮਤਲਬ ਹੈ ਕਿ ਤੁਸੀਂ ਉੱਥੋਂ ਦਾ ਅਪਲਾਈ ਕਰਵਾ ਸਕਦੇ? ਜੀ, ਅਸੀਂ ਵੈਸੇ ਤਾਂ ਅਸੀਂ ਆਸਟ੍ਰੇਲੀਆ ਬੇਸਡ ਹਾਂ, ਲੇਕਿਨ ਆਸਟ੍ਰੇਲੀਆ ਤੋਂ ਇਲਾਵਾ ਅਸੀਂ ਕੈਨੇਡਾ, USA, UK, ਸਿੰਗਾਪੁਰ ਔਰ ਨਿਊਜ਼ੀਲੈਂਡ, ਅਤੇ ਇਹਨਾਂ ਵਾਸਤੇ ਅਸੀਂ ਸਟੂਡੈਂਟ ਵੀਜ਼ਾਜ਼, ਵਰਕ ਵੀਜ਼ਾਜ਼, PR ਜਿਹਨੂੰ ਮਤਲਬ ਆਪਣੇ ਇਹਦੇ 'ਚ ਹੈ ਨਾ ਕਿ ਮਾਈਗ੍ਰੇਸ਼ਨ ਵਾਸਤੇ, ਉਹ ਵਾਲੇ ਹੋ ਗਏ, ਪੇਰੈਂਟਸ ਦੇ ਵੀਜ਼ਾਜ਼। ਬੜੀ ਸਾਡੀ ਜੰਮੂ ਦੀ ਬਹੁਤ ਕਮਿਊਨਿਟੀ ਹੈ, ਮਤਲਬ ਜਿਹੜੇ ਕਿ ਉੱਥੇ ਮਤਲਬ ਸਟੂਡੈਂਟਸ ਨੇ, ਲੇਕਿਨ ਅੱਗੇ ਉਹਨਾਂ ਨੂੰ ਹੈਲਪ ਕੀਤੀ ਹੈ ਉਹਨਾਂ ਦੀ PR ਐਕਵਾਇਰ ਕਰਨ ਵਿੱਚ, ਫਿਰ ਅੱਗੇ ਉਹਨਾਂ ਦੀ ਫੈਮਲੀਜ਼ ਉਹਨਾਂ ਨੂੰ ਉੱਥੇ ਵਿਜ਼ਿਟ ਕਰਦੀਆਂ ਨੇ ਹੈ ਨਾ। ਪੇਰੈਂਟਸ ਉਸ ਏਜ 'ਤੇ ਆਉਂਦੇ ਨੇ, ਬੱਚਿਆਂ ਨਾਲ ਫੈਮਲੀ ਟਾਈਮ ਆਪਣਾ ਇੰਜੋਏ ਕਰਦੇ ਨੇ, ਅਤੇ ਉਹ ਇਹ ਸਾਰੀ ਕੰਟਰੀਜ਼ ਵਾਸਤੇ ਅਸੀਂ ਆਲਮੋਸਟ ਹਰ ਟਾਈਪ ਦੇ ਵੀਜ਼ਾਜ਼ ਨੇ ਜਿਹੜੇ ਉਹਨਾਂ ਨੂੰ ਉਹਦੇ ਵਿੱਚ ਅਸਿਸਟ ਕਰਦੇ ਹਾਂ। ਜੀ, ਬਹੁਤ ਵਧੀਆ। ਅਤੇ ਹੁਣ ਅਖੀਰ ਦੇ ਵਿੱਚ ਇੱਕ ਆਪਣੇ ਵੱਲੋਂ ਮੈਸੇਜ ਹੈ ਜਿਹੜੇ ਤੁਹਾਨੂੰ ਸੁਣ ਰਹੇ ਨੇ, ਸ਼ਾਇਦ ਮੈਂ ਕੁਛ ਨਾ ਪੁੱਛਿਆ ਹੋਵੇ ਅਤੇ ਉਹ ਤੁਸੀਂ ਮੈਂ ਇਕਬਾਨੀ ਦੇ ਵਿਊਅਰਸ ਨੂੰ ਮਤਲਬ ਇਹ ਕਹਿਣਾ ਚਾਹਾਂਗੀ ਕਿ ਕਿਸੇ ਵੀ ਤਰ੍ਹਾਂ ਦੀ, ਜੇ ਵੈਸੇ ਤਾਂ ਇਕਬਾਨੀ ਦਾ ਮਤਲਬ ਮੈਂ ਹਮੇਸ਼ਾ ਜਦੋਂ ਗੱਲ ਚੱਲਦੀ ਤਾਂ ਮੈਂ ਕਹਿੰਦੀ ਕਿ ਤੁਸੀਂ ਤਾਂ ਟੈਲੈਂਟ ਨੂੰ ਕਹਿੰਦੇ ਨਾ ਢੂੰਡ ਕੇ ਫਿਰ ਤੁਸੀਂ ਭਾਵੇਂ ਐਂਟਰਟੇਨਮੈਂਟ ਹੈ, ਭਾਵੇਂ ਸਪੋਰਟਸ ਦਾ ਹੈ, ਭਾਵੇਂ ਐਜੂਕੇਸ਼ਨ ਦਾ ਹੈ, ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਦਾ ਭਲਾ ਹੋਏ, ਜੀ ਜੀ। ਉਹਨਾਂ ਬੱਚਿਆਂ ਨੂੰ ਮਤਲਬ ਉਹਨਾਂ ਵਾਸਤੇ ਇੱਕ ਮੋਟੀਵੇਸ਼ਨ ਦਾ ਕੰਮ ਤਾਂ ਤੁਸੀਂ ਆਲਰੇਡੀ ਕਰ ਹੀ ਰਹੇ ਹੋ ਹੈ ਨਾ। ਅਤੇ ਉਹੀ ਉਹਨਾਂ ਸਾਰੇ ਬੱਚਿਆਂ ਨੂੰ ਵੀ, ਹੋਰ ਵੀ ਜਿਹੜੇ ਵੀ ਇਸ ਚੀਜ਼ ਦੇ ਇੱਛੁਕ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਨੇ, ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਔਰ ਅਸੀਂ ਕਿਸੇ ਵੀ ਤਰ੍ਹਾਂ ਦੀ ਹੈਲਪ, ਭਾਵੇਂ ਉਹਨਾਂ ਦੀ ਮਾਈਗ੍ਰੇਸ਼ਨ ਹੈ, ਚਾਹੇ ਐਡਮਿਸ਼ਨਸ ਨੇ, ਇੰਟਰਨੈਸ਼ਨਲ ਇਨਰੋਲਮੈਂਟਸ ਨੇ, ਅਤੇ ਉਹਦੇ 'ਚ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ, ਅਸਿਸਟ ਕਰ ਸਕਦੇ ਹਾਂ। ਅਸੀਂ ਤਹਿ ਦਿਲ ਚਾਹੁੰਦੇ ਹਾਂ ਕਿ ਅਸੀਂ ਵੀ ਜੰਮੂ ਵਾਸਤੇ ਹੈ ਨਾ, ਆਪਣੀ ਕਮਿਊਨਿਟੀ ਵਾਸਤੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਇਫ ਵੀ ਕੈਨ ਪੇ ਦੈਮ ਬੈਕ ਹੈ ਨਾ, ਅਤੇ ਉਹ ਫਿਰ ਇਹ ਟਾਈਮ ਹੈ, ਅਤੇ ਇੱਕ ਕੋਲੈਬੋਰੇਟਿਵ ਐਫਰਟ ਦੇ ਨਾਲ ਜੇ ਅਸੀਂ ਉਹਨਾਂ ਵਾਸਤੇ ਕੁਝ ਕਰ ਸਕੀਏ ਜੀ, ਅਤੇ ਅਸੀਂ ਜ਼ਰੂਰ ਕਰਨਾ ਚਾਹਾਂਗੇ। ਬਹੁਤ ਵਧੀਆ। ਔਰ ਮੈਨੂੰ ਲੱਗਦਾ ਇਹ ਸਮੇਂ ਦੀ ਲੋੜ ਹੈ ਜੋ ਤੁਸੀਂ ਗੱਲਾਂ ਦੱਸੀਆਂ, ਕਿਉਂਕਿ ਹੁਣ ਇਹ ਤਾਂ ਇਸ ਗੱਲ ਨੂੰ ਅਸੀਂ ਨਕਾਰ ਨਹੀਂ ਸਕਦੇ ਵੀ ਸਾਡੇ ਨੌਜਵਾਨ ਨੇ ਬਾਹਰ ਵੱਲ ਨੂੰ ਰੁਖ ਕੀਤਾ ਹੋਇਆ ਵਾ, ਮਨ ਹੈਗਾ ਵਾ, ਭਾਵੇਂ ਇਸ ਚੀਜ਼ ਨੂੰ ਆਪਾਂ ਜਿੱਦਾਂ ਮਰਜ਼ੀ ਕਹਿ ਸਕਦੇ ਹਾਂ, ਲੇਕਿਨ ਇਹ ਹੈ ਕਿ ਹਾਂ ਸਹੀ ਗਾਈਡਲਾਈਨ ਉਹਨਾਂ ਨੂੰ ਮਿਲ ਜਾਵੇ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਇੱਕ ਸਹੀ ਰਾਹ ਮਿਲ ਜਾਵੇ ਹੈ ਨਾ, ਕਿਉਂਕਿ ਚੰਗੇ ਲੋਕ ਵੀ ਦੁਨੀਆ 'ਚ ਬਹੁਤ ਘੱਟ ਮਿਲਦੇ ਨੇ। ਅਤੇ ਜਿਵੇਂ ਤੁਸੀਂ ਕਿਹਾ ਕਿ ਕੋਸ਼ਿਸ਼ ਕਰੀਏ, ਔਰ ਸਾਡੇ ਲਈ ਵੀ ਪ੍ਰਾਊਡ ਦੀ ਗੱਲ ਹੈ, ਸਾਡੀ ਕਮਿਊਨਿਟੀ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਤੁਸੀਂ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਇੱਥੋਂ PR ਤੁਸੀਂ ਜਾਣਾ, ਫਿਰ ਤੁਹਾਡੀ ਫੈਮਿਲੀ ਉੱਥੇ ਜਾ ਕੇ ਤੁਸੀਂ
ਲੋਕਾਂ ਨੂੰ ਗਾਈਡ ਕਰਨਾ। ਇੱਕ ਇਹਦੇ ਵਿੱਚ ਹੁੰਦੇ ਜਿਵੇਂ ਪੰਜਾਬੀ 'ਚ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ। ਬਿਲਕੁਲ ਕਿਸੇ ਦਾ ਤੁਸੀਂ ਭਵਿੱਖ ਸਵਾਰਨ ਦੇ ਵਿੱਚ ਜੇਕਰ ਉਹਦੀ ਮਦਦ ਕਰ ਸਕਦੇ ਹੋ ਤਾਂ ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ ਗਾ। ਉਹਦੇ ਪਿੱਛੇ ਪਰਿਵਾਰ ਵੀ ਜੁੜੇ ਹੋਏ ਹੁੰਦੇ ਨੇ। ਤੇ ਚੰਗਾ ਲੱਗਿਆ ਬਹੁਤ, ਮੈਨੂੰ ਲੱਗਦਾ ਬਹੁਤ ਚੰਗੀਆਂ ਗੱਲਾਂ ਅੱਜ ਸਾਡੇ ਪਰਿਵਾਰ ਤੱਕ ਪਹੁੰਚੀਆਂ ਨੇ। ਤੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਨੇ, ਹੋਰਾਂ ਦੇ ਲਈ ਵੀ ਵੀਡੀਓ ਨੂੰ ਸ਼ੇਅਰ ਕਰਿਓ। ਤੇ ਸਾਡੀ ਭੈਣ ਮਨਦੀਪ ਕੌਰ ਨੇ, ਇਹਨਾਂ ਦੇ ਨਾਲ ਜਦੋਂ ਮਰਜ਼ੀ ਕੰਟੈਕਟ ਨੰਬਰ ਮੈਂ ਉੱਪਰ ਮੈਂਸ਼ਨ ਕਰ ਦਿਆਂਗੀ, ਤੁਸੀਂ ਰਾਬਤਾ ਕਰਿਓ। ਜਿੱਦਾਂ ਇਹਨਾਂ ਨੇ ਕਿਹਾ ਸੈਨਿਕ ਕਲੋਨੀ ਦੇ ਵਿੱਚ ਤੁਸੀਂ ਸੈਨਿਕ ਕਲੋਨੀ ਸੈਕਟਰ ਈ ਤੇ ਉਸ ਦੇ ਵਿੱਚ ਇਹਨਾਂ ਦਾ ਆਫਿਸ ਹੈ ਜਿਹੜਾ, ਤੁਸੀਂ ਉੱਥੇ ਵੀ ਜਿਹੜੀ ਇਹਨਾਂ ਦੇ ਨਾਲ ਆ ਕੇ ਗੱਲ ਕਰ ਸਕਦੇ ਹੋ। ਮੇਰਾ ਮੁੱਖ ਕਾਰਨ ਇਹਨਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਦਾ ਇਹ ਸੀ, ਇੱਕ ਤੇ ਸਾਡੀ ਸਿੱਖ ਕੌਮ ਦੇ ਇਹ ਬੱਚੇ ਨੇ, ਸਾਡੀ ਕੌਮ ਦੀਆਂ ਇਹ ਧੀਆਂ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਨਾਮ ਖੱਟਿਆ ਹੋਇਆ ਹੈ ਤੇ ਨਾਲ ਹੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਦੇ ਮੁਲਕ ਦੇ ਵਿੱਚ ਆ ਕੇ ਵੀ ਜਿੰਨਾ ਕਿਸੇ ਦਾ ਹੋ ਸਕਦਾ ਹੈ ਮਦਦ ਕਰ ਪਾਈਏ। ਧੰਨਵਾਦ ਤੁਹਾਡਾ ਬਹੁਤ ਗੱਲ ਕਰਨ ਦੇ ਲਈ। ਤੇ ਉਮੀਦ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਕਾਫੀ ਧਿਆਨ ਨਾਲ ਸੁਣੋਗੇ ਤੇ ਜੋ ਵੀ ਜਿਹਦੇ ਲਈ ਲਾਹੇਵੰਦ ਨੇ ਉਹ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਦੇ ਹੋਏ ਆਪਣੀ ਜ਼ਿੰਦਗੀ ਦਾ ਅਗਲਾ ਸਫ਼ਰ ਸ਼ੁਰੂ ਕਰ ਸਕਦੇ ਨੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग